ਸਤਿ ਸ਼੍ਰੀ ਅਕਾਲ ਮੇਰੇ ਦੋਸਤੋ। ਇੱਕ ਮੈਂ ਤੁਹਾਨੂੰ ਪਹਿਲਾਂ ਸੈਟ ਨੰਬਰ ਸਟ੍ਰੈਟਜੀ ਦਾ ਸੈਟ ਨੰਬਰ 8 ਪਾਇਆ ਸੀ। ਉਹ ਨਾ ਕਿਸੇ ਕਾਰਨ ਵੀਡੀਓ ਵਿੱਚ ਕੱਟੀ ਗਈ, ਠੀਕ ਹੈ, ਤਾਂ ਕਰਕੇ ਅੱਧੀ ਵੀਡੀਓ ਵਿੱਚ ਹੀ ਰਹਿ ਗਈ ਉਹ। ਅਤੇ ਉਹਦਾ ਅਗਲਾ ਪਾਰਟ ਮੇਰੇ ਵਿੱਚ ਪਾਉਣ ਲੱਗਿਆ ਭਾਈ, ਅਤੇ ਧਿਆਨ ਨਾਲ ਦੇਖ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ। ਠੀਕ ਹੈ, ਦੇਖੋ ਆਪਾਂ ਉਹਦੇ ਵਿੱਚ RBC ਦਾ ਸਾਰਾ ਕੁਝ ਕੰਪਲੀਟ ਕਰ ਗਏ ਸੀ। ਠੀਕ ਹੈ, RBC ਦਾ ਕੰਪਲੀਟ ਕਰ ਗਏ ਸੀ। ਹੁਣ ਆਪਾਂ ਇਹ ਤੋਂ ਬਾਅਦ ਉਹ 'ਚ ਕੰਪਲੀਟ ਕਰਨਾ ਸੀ WBC। WBC ਕੰਪਲੀਟ ਕਰਨਾ ਸੀ। ਠੀਕ ਹੈ, WBC ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਵਾਈਟ ਬਲੱਡ ਸ਼ੈੱਲ। WBC ਨੂੰ ਕਿਹਾ ਜਾਂਦਾ ਗਾ ਵਾਈਟ ਬਲੱਡ ਸ਼ੈੱਲ। ਜਿਹੜਾ ਇਹਦਾ ਕਾਰਨ ਹੁੰਦਾ ਗਾ, ਇਹਦਾ ਆਕਾਰ ਕਾਹਦੇ ਵਰਗਾ ਹੁੰਦਾ? ਇਹਦਾ ਆਕਾਰ ਹੁੰਦਾ ਭਾਈ ਅਮੀਬਾ ਵਰਗਾ। ਅਮੀਬਾ ਵਰਗਾ ਇਹਦਾ ਆਕਾਰ ਹੁੰਦਾ ਗਾ। ਦੂਸਰੀ ਗੱਲ, ਇਹਦੇ ਵਿੱਚ ਕੀ ਹੁੰਦਾ? ਨਿਊਕਲੀਅਸ ਹੁੰਦਾ, ਜਿਹਨੂੰ ਆਪਾਂ ਕਹਿੰਦੇ ਨੇ ਕੇਂਦਰਕ। ਇਹਦੇ ਵਿੱਚ ਕੇਂਦਰਕ ਹੁੰਦਾ ਭਾਈ। ਠੀਕ ਹੈ, ਕਹਿੰਦੇ ਨਿਊਕਲੀਅਸ ਹੁੰਦਾ। ਜਿਹਨੂੰ ਦੱਸਿਆ ਗਾ ਕਿ ਜਿਹੜੀ ਆਪਣੇ ਸਰੀਰ ਦੇ ਵਿੱਚ ਬਲੱਡ ਕੈਂਸਰ ਦੀ ਬਿਮਾਰੀ ਹੋ ਜਾਂਦੀ ਆਮ ਕਰਕੇ, ਉਹ ਜਿਹੜੀ ਬਿਮਾਰੀ ਹੁੰਦੀ ਹੈ ਉਹ WBC ਕਰਕੇ ਹੁੰਦੀ ਹੈ, ਕਿਉਂਕਿ ਜਿਹੜਾ ਨਿਊਕਲੀਅਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ, ਇਹਦੀ ਜਿਹੜੀ ਰਚਨਾ ਜਦੋਂ ਡਿਸਆਰਡਰ ਦੇ ਵਿੱਚ ਹੋ ਜਾਂਦੀ ਹੈ, ਜਦੋਂ ਡਿਸਆਰਡਰ ਹੋ ਜਾਂਦਾ ਮਤਲਬ ਆਪ ਮੁਹਾਰੇ ਚੱਲਣ ਲੱਗ ਜਾਂਦਾ ਹੈਗਾ, ਖਰਾਬੀ ਆ ਜਾਂਦੀ ਹੈ, ਤਾਂ ਉਦੋਂ ਇਹ ਬਿਮਾਰੀ ਉਤਪੰਨ ਹੁੰਦੀ ਹੈ। ਠੀਕ ਹੈ, ਉਸੇ ਤਰ੍ਹਾਂ ਹੀ ਰੈੱਡ RBC ਦੀ ਤਰ੍ਹਾਂ ਹੀ ਇਹਦਾ ਕੰਮ ਹੈ। ਉਵੇਂ ਜਿਵੇਂ ਹੀ ਇਹ ਬੋਨ ਮੈਰੋ ਦੇ ਵਿੱਚ ਤਾਂ ਭਾਈ ਇਹ ਬਣਦਾ ਹੈ, ਅਤੇ ਸਪਲੀਨ ਪਲੀਹਾ ਦੇ ਵਿੱਚ ਕੀ ਹੁੰਦੀ ਹੈ? ਇਸ ਦੀ ਭਾਈ ਡੈਥ ਹੁੰਦੀ ਹੈ। ਓਕੇ ਭਾਈ, ਅਤੇ ਇਹਦਾ ਕਾਰਜਕਾਲ ਕਿੰਨਾ ਹੁੰਦਾ? ਇਹਦਾ ਕਾਰਜਕਾਲ ਹੁੰਦਾ 2 ਤੋਂ ਲੈ ਕੇ 4 ਡੇਜ਼ ਦਾ। ਕਾਰਜਕਾਲ ਆਮ ਤੌਰ 'ਤੇ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ ਗਾ। 2 ਤੋਂ ਲੈ ਕੇ 4 ਦਿਨ ਦਾ ਜਿਹੜਾ ਕੀ ਹੁੰਦਾ ਗਾ, ਇਹਦਾ ਕਾਰਜਕਾਲ ਹੁੰਦਾ ਗਾ। ਇਸ ਤੋਂ ਬਾਅਦ 2 ਜਾਂ 4 ਦਿਨਾਂ ਤੋਂ ਬਾਅਦ ਇਹ ਪੁਰਾਣੇ WBC ਮਤਲਬ ਖਤਮ ਹੋ ਜਾਂਦੇ ਆ, ਅਤੇ ਨਵੇਂ WBC ਬਣ ਜਾਂਦੇ ਆ। ਇਹਦਾ ਮਤਲਬ ਕੀ ਹੈ? WBC ਦੀ ਕੀ ਲੋੜ ਪਈ ਆਪਣੇ ਸਰੀਰ ਨੂੰ? ਜਿਵੇਂ ਆਪਾਂ ਪੜ੍ਹ ਕੇ ਗਏ ਹਾਂ, ਇਹ ਦੇਖੋ, ਇਹ ਤਾਂ ਧਿਆਨ ਨਾਲ ਫੇਰ ਦੇਖ ਲਓ। ਆਪਣਾ ਬਲੱਡ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੋਇਆ। ਇੱਕ ਤਾਂ ਪਲੀਹਾ ਦੇ ਵਿੱਚ ਵੰਡਿਆ ਹੋਇਆ, ਇੱਕ ਬਲੱਡ ਕੈਪਸੂਲ ਦੇ ਵਿੱਚ ਵੰਡਿਆ ਹੋਇਆ। ਪਲੀਹਾ ਦੇ ਵਿੱਚ 55% ਹਿੱਸਾ ਹੈ, ਬਲੱਡ ਕੈਪਸੂਲ ਦੇ ਵਿੱਚ 45% ਹਿੱਸਾ ਹੈਗਾ। ਦੋ ਚੀਜ਼ਾਂ ਦਾ ਮਿਸ਼ਰਣ ਹੈ ਜਿਹੜਾ ਆਪਣਾ ਖੂਨ ਹੈ। ਇਹਦੇ ਵਿੱਚੋਂ 90% ਜਿਹੜਾ ਹਿੱਸਾ ਹੈਗਾ ਉਹ ਪਾਣੀ ਦਾ, ਬਾਕੀ 7% ਪ੍ਰੋਟੀਨ ਹੈ। ਅਤੇ ਇਹਦੇ ਵਿੱਚ ਬਲੱਡ ਸੈੱਲ ਦੀ ਬਾਰੇ ਆਪਾਂ ਬਲੱਡ ਸੈੱਲ ਨੂੰ 3 ਭਾਗਾਂ 'ਚ ਵੰਡਿਆ ਗਿਆ ਹੋਇਆ, RBC, WBC ਅਤੇ ਪਲੇਟਲੈਟਸ। ਠੀਕ ਹੈ, RBC ਤੁਹਾਨੂੰ ਕਰਵਾਤਾ, WBC ਹੁਣ ਆਪਣਾ ਚੱਲ ਰਿਹਾ ਹੈਗਾ। ਠੀਕ ਹੈ ਜੀ, RBC ਦੀ ਕਿਉਂ ਲੋੜ ਪਈ ਆਪਣੇ ਸਰੀਰ ਨੂੰ? WBC ਦੀ WBC ਦੀ ਆਪਾਂ ਨੂੰ ਕਿਉਂ ਲੋੜ ਪਈ ਹੈ? ਦੇਖੋ, RBC ਦਾ ਕਿਵੇਂ ਕੰਮ ਹੁੰਦਾ? RBC ਦਾ ਕੰਮ ਹੁੰਦਾ ਆਪਣੇ ਸਰੀਰ ਦੇ ਵਿੱਚ ਆਕਸੀਜਨ ਤਾਂ ਉਹਨੇ ਲੈ ਕੇ ਆਉਣੀ ਹੈ, O2 ਲੈ ਕੇ ਆਉਣੀ ਹੈ, ਅਤੇ C2 ਬਾਹਰ ਲੈ ਕੇ ਜਾਣੀ ਹੈ। ਇਹ ਕੰਮ ਕਿਹਦਾ ਹੈਗਾ? ਰੈੱਡ ਬਲੱਡ ਸੈੱਲ ਦਾ। ਪਰ WBC ਦੀ ਲੋੜ ਕਿਉਂ ਪਈ ਆਪਣੇ ਸਰੀਰ ਦੇ ਵਿੱਚ? ਮੰਨ ਲਓ ਆਪਾਂ ਬੁਖਾਰ ਚੜ੍ਹ ਗਿਆ ਆਪਾਂ ਨੂੰ, ਠੀਕ ਹੈ, ਆਪਾਂ ਨੂੰ ਬੁਖਾਰ ਚੜ੍ਹ ਗਿਆ। ਜਿਹੜੇ ਬੁਖਾਰ ਦੇ ਕੀਟਾਣੂ ਹੋਣਗੇ ਜਾਂ ਜੀਵਾਣੂ ਹੋਣਗੇ, ਉਹ ਜਦੋਂ ਆਪਣੇ ਸਰੀਰ ਦੇ ਵਿੱਚ ਐਂਟਰ ਕਰਨਗੇ, ਬੁਖਾਰ ਦੇ ਕੀਟਾਣੂ ਜਾਂ ਕਿਸੇ ਵੀ ਬਿਮਾਰੀ ਦੇ ਕੀਟਾਣੂ, ਜ਼ੁਕਾਮ ਆਪਾਂ ਨੂੰ ਵਾਇਰਸ ਨਾਲ ਹੁੰਦਾ, ਵਾਇਰਸ ਸਮਝ ਲਓ ਆਪਣੇ ਸਰੀਰ ਦੇ ਵਿੱਚ ਐਂਟਰ ਕਰੂਗਾ, ਉਹ ਸਭ ਤੋਂ ਪਹਿਲਾਂ ਜਾ ਕੇ ਲੜੂਗਾ ਆਪਣੇ WBC ਨਾਲ। WBC ਨਾਲ ਜਾ ਕੇ ਲੜੂਗਾ ਸਭ ਤੋਂ ਪਹਿਲਾਂ। ਜਦੋਂ ਕੋਈ ਵੀ ਆਪਣੀ ਬਿਮਾਰੀ ਆਪਣੇ ਸਰੀਰ ਦੇ ਵਿੱਚ ਐਂਟਰ ਕਰਦੀ ਹੈ, ਚਾਹੇ ਬੁਖਾਰ ਆ, ਚਾਹੇ ਖੰਘ ਜ਼ੁਕਾਮ ਹੈ, ਜਦੋਂ ਆਪਣੇ ਸਰੀਰ ਦੇ ਵਿੱਚ ਐਂਟਰ ਕਰੂਗਾ, ਸਭ ਤੋਂ ਪਹਿਲਾਂ ਉਹ WBC ਦਾ ਉਹਨੂੰ ਮੁਕਾਬਲਾ ਕਰਨਾ ਪਊਗਾ। ਇਹਨੂੰ ਸਿਪਾਹੀ ਸੈੱਲ ਵੀ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ? ਸਿਪਾਹੀ ਸੈੱਲ ਵੀ ਕਹਿ ਦਿੰਦੇ ਆ। ਆਪਣੇ ਸਰੀਰ ਦੇ ਬਾਡੀਗਾਰਡ ਸੈੱਲ ਵੀ ਕਿਹਨੂੰ ਕਹਿ ਦਿੰਦੇ ਆ? WBC ਨੂੰ ਕਹਿ ਦਿੰਦੇ ਆ। ਜਦੋਂ ਕੋਈ ਵੀ ਬਿਮਾਰੀ ਐਂਟਰ ਕਰਦੀ ਹੈ ਆਪਣੇ ਸਰੀਰ ਵਿੱਚ, WBC ਨਾਲ ਲੜਦੀ ਹੈ, ਉਹ ਪੂਰਾ ਲੜਦੀ ਹੈ WBC ਨਾਲ। ਠੀਕ ਹੈ, ਜੇ ਤਾਂ ਉਹਨਾਂ ਦੀ ਮਾਤਰਾ ਬਾਹਲੀ ਜ਼ਿਆਦਾ ਵੱਧ ਜੇ, ਜਿਹੜੇ ਕੀਟਾਣੂ ਆਪਣੀ ਬਿਮਾਰੀ ਵਾਲੇ ਕੀਟਾਣੂਆਂ ਦੀ, ਫਿਰ ਤਾਂ ਉਹ WBC ਉੱਤੇ ਹਾਵੀ ਹੋ ਜਾਂਦੇ ਅਤੇ ਆਪਣੇ ਸਰੀਰ ਦੇ ਵਿੱਚ ਐਂਟਰ ਕਰ ਜਾਂਦੇ, ਆਪਾਂ ਬਿਮਾਰ ਹੋ ਜਾਂਦੇ ਹਾਂ। ਕਈ ਵਾਰੀ WBC ਜ਼ਿਆਦਾ ਤਾਕਤਵਰ ਰਹਿੰਦੇ ਹੈਗੇ, ਅਤੇ ਉਹ ਜਿਹੜੇ ਬਾਹਰਲੇ ਜਿਹੜੇ ਤੱਤ ਆਪਣੇ ਸਰੀਰ ਦੇ ਅੰਦਰ ਆਪਣੇ ਸਰੀਰ ਦੇ ਵਿੱਚ ਐਂਟਰ ਕਰਨ ਲੱਗਦੇ ਕੋਈ ਬਿਮਾਰੀ, ਉਹਨੂੰ ਉੱਥੇ ਰੋਕ ਕੇ ਉੱਥੇ ਹੀ ਖਤਮ ਕਰ ਦਿੰਦੇ ਆ। ਠੀਕ ਹੈ, ਅਤੇ WBC ਆਪਣੇ ਸਰੀਰ ਨੂੰ ਕੀ ਪ੍ਰਦਾਨ ਕਰਦੇ ਆ ਭਾਈ? ਸੁਰੱਖਿਆ ਪ੍ਰਦਾਨ ਕਰਦਾ। ਕੌਣ? WBC। ਇਹ ਗੱਲ ਯਾਦ ਰੱਖਣੀ। ਸਿਪਾਹੀ ਸੈੱਲ ਵੀ ਕਹਿ ਦਿੰਦੇ, ਸਿਪਾਹੀਆਂ ਦੀ ਤਰ੍ਹਾਂ ਰੱਖਿਆ ਕਰਦਾ। ਦੂਸਰੀ ਗੱਲ, ਠੀਕ ਹੈ, ਜਿਹੜਾ WBC ਹੁੰਦਾ ਅਤੇ RBC ਆਪਣੇ ਸਰੀਰ ਦੇ ਵਿੱਚ ਐਂ ਸਮਝ ਲਓ ਕਿ 600 ਜੇਕਰ ਬਲੱਡ ਸੈੱਲ ਹੈ, 600 ਜੇਕਰ RBC ਹੈ, ਤਾਂ ਉਹਦੇ ਮੁਕਾਬਲੇ 1 WBC ਹੋਊਗਾ। ਇਹ ਰੇਸ਼ੋ ਆਪਰੇਸ਼ਨ ਆ ਸਕਦਾ ਕਿ ਰੇਸ਼ੋ ਕਿੰਨੀ ਇਹਨਾਂ ਦੀ? ਰੇਸ਼ੋ ਇਹਨਾਂ ਦੀ ਹੈਗੀ ਹੈ 600:1। ਕਹਿਣ ਦਾ ਮਤਲਬ ਕਿ ਇੱਧਰ ਤਾਂ 1 ਸੈੱਲ WBC ਦਾ ਹੋਊਗਾ, ਅਤੇ ਉਹ ਕਾਹਦੇ ਬਰਾਬਰ ਹੋਊਗਾ? 1 ਸੈੱਲ 600 ਰੈੱਡ ਬਲੱਡ ਸੈੱਲ ਦੇ ਬਰਾਬਰ ਹੋਊਗਾ। ਠੀਕ ਹੈ, ਇਹਦਾ ਕੰਮ ਕੀ ਹੈ? ਆਪਣੇ ਸਰੀਰ ਨੂੰ,
ਠੀਕ ਹੈ। ਆਪਣੇ ਸਰੀਰ ਨੂੰ ਭਾਈ ਇਹ ਬਿਮਾਰੀਆਂ ਨਾਲ ਲੜਨ ਦੇ ਵਿੱਚ ਸਹਾਇਤਾ ਕਰਦਾ ਆਪਣੇ ਸਰੀਰ ਨੂੰ। ਇੱਕ ਗੱਲ ਤਾਂ ਇਹ, ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਭੁੱਲ ਗਿਆ, ਉਹ ਦੇਖ ਲਓ RBC ਅਤੇ WBC। RBC ਹੈ ਜਿਹੜਾ, ਇਹਨੂੰ ਆਪਾਂ ਸਾਇੰਸ ਦੇ ਵਿੱਚ ਅਰੀਥੋਸਾਈਟ ਕਹਿ ਦਿੰਦੇ ਹਾਂ। ਸਾਇੰਸ ਦੇ ਵਿੱਚ ਇਹਨੂੰ ਅਰੀਥੋਸਾਈਟ ਕਹਿ ਦਿੰਦੇ। ਕਿ ਵੀ ਪੁੱਛ ਲੈਂਦੇ ਕਿ ਅਰੀਥੋਸਾਈਟ ਆ ਜਿਹੜਾ, ਉਹਦਾ ਕਾਰਜਕਾਲ ਕਿੰਨੇ ਦਿਨਾਂ ਦਾ ਹੁੰਦਾ ਹੈ। ਠੀਕ ਹੈ, ਜਿੱਤ ਭਾਵੇਂ ਅਰੀਥੋਸਾਈਟ ਲਿਖਿਆ ਆ ਜੇ, ਭਾਵੇਂ RBC ਲਿਖਿਆ ਹੋਵੇ, ਦੋਨਾਂ ਦੇ ਨਾਮ ਸੇਮ ਹੈ। ਜਿਵੇਂ ਹੁਣ ਮੇਰਾ ਨਾਮ ਹੈਗਾ, ਮੇਰਾ ਨਾਮ ਪੱਕਾ ਨਾਮ ਤਾਂ ਹੈਗਾ ਗਗਨਦੀਪ ਸਿੰਘ ਭੁੱਲਰ, ਕੱਚਾ ਨਾਮ ਹੈਗਾ ਮੇਰਾ ਗੱਗਾ। ਠੀਕ ਹੈ, ਕੰਮ ਤਾਂ ਮੇਰਾ ਸੇਮ ਹੀ ਹੈ ਨਾ, ਕੰਮ ਤਾਂ ਮੇਰਾ ਸਟੱਡੀ ਕਰਵਾਉਣੀ ਹੈਗਾ, ਉਹੀ ਕੰਮ ਆਹ ਕੰਮ ਹੈਗਾ। RBC ਨੂੰ ਭਾਵੇਂ ਆਪਾਂ ਅਰੀਥੋਸਾਈਟ ਕਹਿ ਦਈਏ, ਚਾਹੇ ਅਰੀਥੋਸਾਈਟ ਨੂੰ RBC ਕਹਿ ਦਈਏ, ਦੋਨੇ ਇੱਕ ਹੀ ਚੀਜ਼ ਦੇ ਨਾਮ ਹੈਗੇ। ਉਵੇਂ ਜਿਵੇਂ WBC ਦਾ ਕੀ ਨਾਮ ਹੈ, ਸਾਇੰਟੀਫਿਕ ਨਾਮ ਕੀ ਹੈਗਾ WBC ਦਾ? ਇਹਦਾ ਨਾਮ ਹੈਗਾ ਗਾ ਲਿਊਕੋਸਾਈਟ। ਲਿਊਕੋਸਾਈਟ ਜਿਹੜਾ ਕਿਸੇ ਬੰਦੇ ਨੂੰ ਬਲੱਡ ਕੈਂਸਰ ਹੋ ਜਾਂਦਾ, ਉਹਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆਪਾਂ ਲਿਊਕੋਮੀਨੀਆ। ਲਿਊਕੋਮੀਨੀਆ ਕਹਿੰਦੇ ਜਦੋਂ ਕਿਸੇ ਬੰਦੇ ਨੂੰ ਬਲੱਡ ਕੈਂਸਰ ਹੋ ਜਾਂਦਾ ਤਾਂ ਲਿਊਕੋਮੀਨੀਆ ਅਤੇ ਲਿਊਕੋਸਾਈਟ, ਇੱਥੋਂ ਆਮ ਹੀ ਤੁਹਾਨੂੰ ਨਾਂ ਤੋਂ ਹੀ ਪਤਾ ਲੱਗ ਜੂਗਾ। ਠੀਕ ਹੈ, RBC ਦਾ ਸਾਇੰਟੀਫਿਕ ਨੇਮ ਕੀ ਹੈ? ਅਰੀਥੋਸਾਈਟ। ਅਤੇ WBC ਨੂੰ ਆਪਾਂ ਲਿਊਕੋਸਾਈਟ ਵੀ ਕਹਿੰਦੇ ਨੇ। ਕਈ ਵਾਰੀ WBC ਨਾਂ ਦੇ ਕੇ ਉਹ ਲਿਊਕੋਸਾਈਟ ਵੀ ਲਿਖ ਸਕਦੇ ਆ। ਠੀਕ ਹੈ, ਅਤੇ ਉਹ ਚੀਜ਼ ਦੇ ਵਿੱਚ ਘਬਰਾਉਣਾ ਨਹੀਂ ਹੈਗਾ ਕਿ ਲਿਊਕੋਸਾਈਟ ਤਾਂ ਅਸੀਂ ਪੜ੍ਹ ਕੇ ਨਹੀਂ ਗਏ ਸੀ, ਇਸ ਤਾਂ WBC ਪੜ੍ਹ ਕੇ ਗਏ ਸੀ, ਜਾਂ ਅਰੀਥੋਸਾਈਟ ਤਾਂ ਅਸੀਂ ਪੜ੍ਹ ਕੇ ਨਹੀਂ ਗਏ ਸੀ, ਇਸ ਤਾਂ RBC ਪੜ੍ਹ ਕੇ ਗਏ ਸੀ। ਠੀਕ ਹੈ, ਇਹ ਦੋਨੇ ਚੀਜ਼ਾਂ ਦੀ ਤੁਸੀਂ ਗੌਰ ਕਰਨੀ ਹੈ ਧਿਆਨ ਨਾਲ। ਇਹ ਤੁਹਾਡੀ ਕਿਹੜੀ ਚੀਜ਼ ਕਲੀਅਰ ਹੋ ਗਈ। ਬਸ ਇਸ ਤੋਂ ਬਾਅਦ ਬਲੱਡ ਸੈੱਲ ਦੇ ਵਿੱਚ ਤੁਹਾਨੂੰ ਹੋਰ ਕੋਈ ਆਪਰੇਸ਼ਨ ਨਹੀਂ ਬਣਦਾ। ਠੀਕ ਹੈ ਜੀ, ਹੋਰ ਕੋਈ ਆਪਰੇਸ਼ਨ ਨਹੀਂ ਬਣਦਾ, ਬਸ ਇਹੀ ਬਣੂਗਾ। ਇੱਕ ਤਾਂ ਆਹ ਨਾਮ ਯਾਦ ਕਰ ਲਿਓ, ਇੱਕ ਇਹਦਾ ਡੇਟ ਯਾਦ ਕਰ ਲਓ ਕਿੰਨੇ ਦਿਨ ਰਹਿੰਦਾ ਇਹ, 2 ਤੋਂ 4 ਦਿਨ ਰਹਿੰਦਾ। ਅਰੀਥੋਸਾਈਟ ਕਹਿੰਦੇ ਆ ਇਹਨੂੰ, ਇਹਨਾਂ ਨੂੰ ਸੱਚ ਲਿਊਕੋਸਾਈਟ ਕਹਿੰਦੇ ਆ, RBC ਨੂੰ ਕਹਿੰਦੇ ਹੈਗੇ। ਠੀਕ ਹੈ, ਅਤੇ ਇੱਕ ਇਹ ਚੀਜ਼ ਹੋ ਗਈ ਸੀ। ਇੱਕ ਇਹਦੇ 'ਚ ਹੋਰ ਕੀ ਆ ਗਿਆ ਸੀ? ਬਸ ਡੈਥ ਨੇ ਸੇਮ ਹੀ ਹੁੰਦੀ ਹੈ, ਰੇਸ਼ੋ ਯਾਦ ਕਰ ਲਿਓ 600:1। ਇਸ ਤੋਂ ਬਾਅਦ ਹੁਣ ਆ ਗਏ ਆਪਾਂ ਤੀਸਰੇ ਪਾਰਟ 'ਤੇ। ਤੀਸਰਾ ਜਿਹੜਾ ਬਲੱਡ ਕੈਪਸੂਲ ਦਾ ਤੀਸਰਾ ਪਾਰਟ ਆ, ਉਹ ਹੈਗਾ ਆਪਣਾ ਪਲੇਟਲੈਟਸ। ਪਲੇਟਲੈਟਸ ਸਪੈਲਿੰਗ ਸਹੀ ਲਿਖ ਦਿੰਦਾ, ਇੱਕ ਮਿੰਟ, ਤੁਹਾਨੂੰ ਲਿਖਣਾ ਸੌਖਾ ਹੋ ਜਾਊਗਾ। PLATELETS। ਠੀਕ ਹੈ, ਪਲੇਟਲੈਟਸ। ਇਹਦਾ ਸਾਇੰਟੀਫਿਕ ਨਾਮ ਕੀ ਹੈਗਾ? ਠੀਕ ਹੈ, ਇਹਦਾ ਸਾਇੰਟੀਫਿਕ ਨਾਮ ਕੀ ਹੈ? ਥ੍ਰੋਮਬੋਸਾਈਟ। ਇਹਨੂੰ ਕਹਿੰਦੇ ਆਪਾਂ ਪਲੇਟਲੈਟਸ ਨੂੰ ਕੀ ਕਹਿੰਦੇ ਸਾਇੰਸ ਦੇ ਵਿੱਚ? ਥ੍ਰੋਮਬੋਸਾਈਟ। ਪਹਿਲੇ ਨੂੰ ਅਰੀਥਰੋਸਾਈਟ ਕਹਿੰਦੇ ਆ, ਦੂਸਰੇ ਨੂੰ ਆਪਾਂ ਕਹਿੰਦੇ ਆਂਗੇ ਲਿਊਕੋਸਾਈਟ, ਅਤੇ ਤੀਸਰੇ ਨੂੰ ਕਹਿੰਦੇ ਆਪਾਂ ਥ੍ਰੋਮਬੋਸਾਈਟ। ਓਕੇ, ਜਿਹੜਾ ਇਹਦਾ ਵੀ ਉਹੀ ਸੇਮ ਟੂ ਸੇਮ ਕੰਮ ਆ ਪਲੇਟਲੈਟਸ ਦਾ ਵੀ। ਬੋਨ ਮੈਰੋ ਦੇ ਵਿੱਚ ਤਾਂ ਇਹ ਜਨਮ ਲੈਂਦਾ ਗਾ, ਅਤੇ ਸਪਲੀਨ ਪਲੀਹਾ ਦੇ ਵਿੱਚ ਇਹਦੀ ਕੀ ਹੁੰਦੀ ਹੈ? ਸਪਲੀਨ ਨੂੰ ਪਲੀਹਾ ਕਹਿ ਦਿੰਦੇ ਪੰਜਾਬੀ ਦੇ ਵਿੱਚ। ਉੱਥੇ ਦੀ ਕੀ ਹੁੰਦੀ ਹੈ ਭਾਈ? ਡੈਥ ਹੁੰਦੀ ਹੈ। ਇੱਥੇ ਦਾ ਬਰਥ ਹੁੰਦਾ ਗਾ। ਓਕੇ, ਇਸ ਤੋਂ ਬਾਅਦ ਆਪਾਂ ਆ ਵੀ ਨਹੀਂ ਜਾਂਦੇ, ਜਦੋਂ ਆਪਾਂ ਕਈ ਵਾਰੀ ਕੋਈ ਬਿਮਾਰੀ ਹੋ ਜਾਂਦੀ ਹੈ, ਆਪਾਂ ਚੈੱਕ ਕਰਾਉਣ ਜਾਂਦੇ, ਡਾਕਟਰ ਕਹਿੰਦਾ ਤੁਹਾਡੇ ਤਾਂ ਭਾਈ ਜਿਹੜੇ ਪਲੇਟਲੈਟਸ ਹੈਗੇ ਉਹ ਘਟੇ ਹੋਏ ਆ। ਠੀਕ ਹੈ, ਤੁਹਾਡੇ ਪਲੇਟਲੈਟਸ ਘਟੇ ਹੋਏ ਆ। ਜਿਹੜੇ ਆਪਣੇ ਪੀਲੀਆ ਹੁੰਦਾ ਉਹ ਵੀ ਪਲੇਟਲੈਟਸ ਦੇ ਘਟਣ ਨਾਲ ਹੀ ਹੁੰਦਾ। ਆਪਾਂ ਕਹਿੰਦੇ ਪੀਲੀਆ ਹੋ ਗਿਆ, ਤਾਂ ਪੀਲੀਆ ਵੀ ਪਲੇਟਲੈਟਸ ਦੇ ਘਟਣ ਨਾਲ ਹੀ ਹੁੰਦਾ ਗਾ। ਦੂਸਰੀ ਗੱਲ, ਇਹ ਜਿਹੜਾ ਖੂਨ ਹੁੰਦਾ ਇਹ ਬੰਦਿਆਂ ਦੇ ਵਿੱਚ ਵੀ ਪਾਇਆ ਜਾਂਦਾ ਅਤੇ ਮੈਮਲਸ ਦੇ ਵਿੱਚ ਵੀ ਪਾਇਆ ਜਾਂਦਾ, ਥਣਧਾਰੀਆਂ ਦੇ ਵਿੱਚ ਵੀ ਪਾਇਆ ਜਾਂਦਾ ਗਾ। ਇਹ ਕੋਈ ਜ਼ਿਆਦਾ ਲੋੜ ਨਹੀਂ ਹੈਗੀ ਇਹਦੇ ਵਿੱਚ। ਜਿਹੜਾ ਇਹ ਹੁੰਦਾ ਹੈ ਥ੍ਰੋਮਬੋਸਾਈਟ ਹੈ, ਇਹਦਾ ਹੋਰ ਕੀ ਕੰਮ ਹੈ? ਇਹਦਾ ਕੰਮ ਹੈਗਾ ਰਕਤ ਦਾ ਥੱਕਾ ਜਮਾਉਣਾ, ਕਿ ਮਤਲਬ ਰਕਤ ਨੂੰ ਜਮਾਉਣ ਦੇ ਵਿੱਚ ਹੈਲਪ ਕਰਦਾ ਗਾ। ਰਕਤ ਨੂੰ ਜਮਾਉਣ ਦੇ ਵਿੱਚ ਹੈਲਪ ਕਰਦਾ ਗਾ ਇਹ। ਇੱਕ ਤੁਸੀਂ ਕਹਿੰਦੇ ਹੋਵੋਗੇ ਕਿ ਅਸੀਂ ਪਹਿਲਾਂ ਵੀ ਪੜ੍ਹ ਕੇ ਗਏ ਹਾਂ ਫਾਈਬਰੋਜਨ ਵੀ ਪੜ੍ਹ ਕੇ ਗਏ ਹਾਂ ਜੀ। ਫਾਈਬਰੋਜਨ RBC ਦੇ ਵਿੱਚ ਪੜ੍ਹ ਕੇ, ਉਹਦੇ 'ਚ ਪੜ੍ਹ ਕੇ ਗਏ ਪਲਾਜ਼ਮਾ ਦੇ ਵਿੱਚ, ਕਿ ਇਹਦਾ ਕੰਮ ਵੀ ਥੱਕਾ ਜਮਾਉਣਾ। ਹਾਂਜੀ, ਇਹਦਾ ਕੰਮ ਵੀ ਥੱਕਾ ਜਮਾਉਣਾ ਖੂਨ ਦਾ। ਠੀਕ ਹੈ, ਅਤੇ ਇਹਦਾ ਕੰਮ ਵੀ ਪਲੇਟਲੈਟਸ ਦਾ ਕੰਮ ਵੀ ਖੂਨ ਜਮਾਉਣਾ ਗਾ। ਦੋਨਾਂ ਦੇ ਕੰਮ ਸੇਮ ਹੀ ਇਹਨਾਂ ਦੇ। ਅਤੇ ਇਹ ਚੀਜ਼ ਕਲੀਅਰ ਹੋ ਗਈ। ਦੂਸਰੀ ਗੱਲ, ਇਹਦਾ ਕੰਮ ਕੀ ਹੈ ਪਲੇਟਲੈਟਸ ਦਾ? ਪਲੇਟਲੈਟਸ ਕੀ ਹੈ? ਇੱਕ ਤਾਂ ਥੱਕਾ ਜਮਾਉਂਦਾ, ਇੱਕ ਆਪਣੇ ਸਰੀਰ ਨੂੰ ਇਹ ਵੀ ਮਤਲਬ ਤਾਕਤ ਦਿੰਦਾ ਰੋਗਾਂ ਨਾਲ ਲੜਨ ਦੀ। ਠੀਕ ਹੈ, ਇਹ ਕੋਈ ਬੜਾ ਇੰਪੋਰਟੈਂਟ ਹੈ ਨਹੀਂ, ਬਸ ਇਹਦੇ 'ਚ ਸਿਰਫ ਇਹੀ ਯਾਦ ਰੱਖ ਲਿਓ ਕਿ ਜਿਹੜਾ ਬਲੱਡ ਪਲੇਟਲੈਟਸ ਹੁੰਦੇ ਆ ਇਹਨੂੰ ਥ੍ਰੋਮਬੋਸਾਈਟ ਕਹਿੰਦੇ ਆ। ਦੂਸਰਾ, ਇਹਦੇ ਵਿੱਚ ਵੀ ਕੀ ਨਹੀਂ ਹੁੰਦਾ? ਕੇਂਦਰਕ ਨਹੀਂ ਹੁੰਦਾ ਭਾਈ, ਇਹਦੇ ਵਿੱਚ ਵੀ ਕੇਂਦਰਕ ਨਹੀਂ ਹੁੰਦਾ। ਇਹ ਗੱਲ ਵੀ ਧਿਆਨ ਨਾਲ ਯਾਦ ਰੱਖ ਲਿਓ। ਕਹਿੰਦਾ ਮਤਲਬ ਕਿ ਇਹਦੇ ਵਿੱਚ ਵੀ ਨਿਊਕਲੀਅਸ ਨਹੀਂ ਹੁੰਦਾ। ਨਿਊਕਲੀਅਸ ਇਕੱਲਾ WBC ਦੇ ਵਿੱਚ ਹੀ ਹੁੰਦਾ। ਇਹ ਪ੍ਰਸ਼ਨ ਬਹੁਤ ਵਾਰੀ ਪੁੱਛਿਆ ਜਾਂਦਾ ਹੈਗਾ। ਠੀਕ ਹੈ, ਅਤੇ ਬਸ ਇਹੀ ਚੀਜ਼ ਸੀ ਇਹਦੇ ਵਿੱਚ, ਹੋਰ ਕੋਈ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਨਹੀਂ। ਪ੍ਰਸ਼ਨ ਕਈ ਵਾਰੀ ਹੋਰ ਪੁੱਛ ਲੈਂਦੇ ਆ, ਕਹਿੰਦੇ ਚਲੋ ਇਹ ਚੀਜ਼ ਤਾਂ ਆਪਾਂ ਮੰਨ ਲਈ ਕਿ ਜਦੋਂ ਆਪਣੇ ਕੋਈ ਸੱਟ ਸੁੱਟ ਵੱਜ ਜਾਂਦੀ ਹੈ ਕਿ ਆਪਣਾ ਜਿਹੜਾ ਥੱਕਾ ਜਮਾਉਣ ਦਾ ਕੰਮ ਉਹ ਫਾਈਬਰੋਜਨ ਕਰਦਾ।
ਠੀਕ ਹੈ। ਉਹ ਕੀ ਕਰਦਾ, ਫਾਈਬਰੋਜਨ ਕਰਦਾ ਥੱਕਾ ਜਮਾਉਣ ਦਾ ਕੰਮ। ਅਤੇ ਪਰ ਕਈ ਵਾਰੀ ਕੀ ਹੋ ਜਾਂਦਾ, ਆਪਣੇ ਸਰੀਰ ਦੇ ਵਿੱਚ ਖੂਨ ਸਾਰਾ ਦਿਨ ਚੱਲੀ ਜਾਂਦਾ, ਇਹਨੂੰ ਕੌਣ ਨਹੀਂ ਜੰਮਣ ਦਿੰਦਾ। ਆਪਣੇ ਸਰੀਰ ਦੇ ਵਿੱਚ ਖੂਨ ਸਾਰਾ ਦਿਨ ਚੱਲੀ ਜਾਂਦਾ, ਕਿਉਂ ਨਹੀਂ ਜੰਮਦਾ। ਭਾਵੇਂ ਆਪਾਂ ਏਸੀ ਦੇ ਵਿੱਚ ਬਹਿ ਜਾਈਏ, ਭਾਵੇਂ ਫਰਿੱਜ ਦੇ ਵਿੱਚ ਬਹਿ ਜਾਈਏ, ਭਾਵੇਂ ਸਿਆਲਾਂ ਦੀ ਰੁੱਤ 'ਚ ਵਗ ਜਾਈਏ, ਆਪਣਾ ਖੂਨ ਕਿਉਂ ਨਹੀਂ ਜੰਮਦਾ। ਕਿਉਂਕਿ ਆਪਣੇ ਸਰੀਰ ਦੇ ਵਿੱਚ ਖੂਨ ਦੇ ਵਿੱਚ ਇੱਕ ਹੈਪਰਿਨ ਨਾਂ ਦਾ ਤੱਤ ਹੁੰਦਾ। ਕਿਹੜੇ ਨਾਂ ਦਾ? ਹੈਪਰਿਨ। ਜਿਹੜਾ ਇਹ ਹੈਪਰਿਨ ਹੁੰਦਾ ਭਾਈ, ਇਹ ਆਪਣੇ ਸਰੀਰ ਦੇ ਵਿੱਚ ਕੀ ਹੈਗਾ, ਬਲੱਡ ਨੂੰ ਜੰਮਣ ਨਹੀਂ ਦਿੰਦਾ। ਹੈਪਰਿਨ ਆ ਜਿਹੜਾ ਆਪਣੇ ਸਰੀਰ ਦੇ ਵਿੱਚ ਬਲੱਡ ਨੂੰ ਜੰਮਣ ਨਹੀਂ ਦਿੰਦਾ। ਦੇਖੋ ਜਿਹੜਾ ਫਾਈਬਰੋਜਨ ਹੁੰਦਾ ਗਾ, ਫਾਈਬਰੋਜਨ ਦਾ ਹੁੰਦਾ ਗਾ ਆਪਣਾ ਪਲਾਜ਼ਮਾ ਦੇ ਵਿੱਚ, ਅਤੇ ਪਲੇਟਲੈਟਸ ਦੇ ਵਿੱਚ ਇੱਕ ਹੋਰ ਤੱਤ ਆ ਜਾਂਦਾ। ਕਿਹੜਾ ਹੁੰਦਾ? ਉਹ ਹੁੰਦਾ ਗਾ ਥਰੋਬਿਨ। ਥਰੋਮ, ਇੱਕ ਸਪੈਲਿੰਗ ਲਿਖ ਦਿੰਦੇ ਮੈਂ ਸਹੀ, THROMBN। ਇਹ ਥਰੋਬਿਨ ਹੁੰਦਾ ਗਾ, ਇਹਦੇ ਪਲੇਟਲੈਟਸ ਦੇ ਵਿੱਚ ਹੁੰਦਾ। ਥਰੋਬਿਨ ਅਤੇ ਫਾਈਬਰੋਜਨ ਦੋਨੇ ਮਿਲ ਕੇ ਕੀ ਬਣਾਉਂਦੇ ਆ? ਰਕਤ ਦਾ ਥੱਕਾ ਜਮਾਉਂਦੇ। ਇਹ ਗੱਲ ਯਾਦ ਰੱਖਣੀ ਹੈ ਭਾਈ, ਠੀਕ ਹੈ। ਅਤੇ ਕਈ ਵਾਰੀ ਪ੍ਰਸ਼ਨ ਇਹ ਵੀ ਆਇਆ ਵਾ, ਜਿਹੜਾ ਰਕਤ ਦਾ ਥੱਕਾ ਜੰਮਦਾ, ਮਤਲਬ ਜਦੋਂ ਆਪਣੇ ਕੋਈ ਬਲੱਡ ਦੇ ਸੱਟ ਵੱਜ ਜਾਂਦੀ ਹੈ, ਜਦੋਂ ਖੂਨ ਦਾ ਥੱਕਾ ਜੰਮਦਾ, ਉਹ ਕਿੰਨੇ ਮਿੰਟ ਦੇ ਵਿੱਚ ਜੰਮ ਜਾਂਦਾ? ਉਹ ਜੰਮ ਜਾਂਦਾ ਭਾਈ 2 ਤੋਂ 5 ਮਿੰਟ ਦੇ ਵਿੱਚ ਆਪਣੇ ਖੂਨ ਦਾ ਰਕਤ ਦਾ ਥੱਕਾ ਜੰਮ ਜਾਂਦਾ। ਜਿਹਦੇ ਬੰਦੇ ਦੇ ਵਿੱਚ ਬਲੱਡ ਕੇ ਵਿਟਾਮਿਨ ਦੀ ਘਾਟ ਹੁੰਦੀ ਹੈ, ਉਹਦਾ ਖੂਨ ਬੰਦ ਨਹੀਂ ਹੁੰਦਾ ਛੇਤੀ, ਉਹਦਾ ਖੂਨ ਚੱਲਦੀ ਰਹਿੰਦਾ ਹੈਗਾ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਬਲੱਡ ਸੈੱਲ ਬਾਰੇ ਇੱਕ ਤਾਂ ਸਾਰਾ ਕੁਛ ਕਰ ਲਿਆ, ਆਪਾਂ RBC ਬਾਰੇ ਪੜ੍ਹ ਲਿਆ, WBC ਬਾਰੇ ਵੀ ਪੜ੍ਹ ਲਿਆ, ਪਲੇਟਲੇਟਸ ਬਾਰੇ ਪੜ੍ਹ ਲਿਆ। ਜੇਕਰ ਇਹ 'ਚ ਆਪਰੇਸ਼ਨ ਬਣਦਾ, ਇਹਦੇ ਵਿੱਚ ਆਪਰੇਸ਼ਨ ਬਾਹਰੋਂ ਨਹੀਂ ਆਊਗਾ, ਠੀਕ ਹੈ, ਇਹਦੇ ਵਿੱਚੋਂ ਹੀ ਆਊਗਾ। ਇੱਕ ਬਸ ਹੋਰ ਚੀਜ਼ ਰੱਖ ਲਓ ਕਿ ਆਪਣੇ ਜਿਹੜੇ ਖੂਨ ਦੇ ਬਲੱਡ ਗਰੁੱਪ ਹੁੰਦੇ ਆ, ਜਿਹੜੇ ਆਪਣੇ ਬਲੱਡ ਗਰੁੱਪ ਹੁੰਦੇ ਆ ਖੂਨ ਦੇ, ਉਹ ਕਿੰਨੇ ਤਰ੍ਹਾਂ ਦੇ ਹੁੰਦੇ ਆ? ਉਹ 4 ਤਰ੍ਹਾਂ ਦੇ ਹੁੰਦੇ ਆ। ਇੱਕ A, ਇੱਕ B, ਇੱਕ O, ਇੱਕ AB। ਫਿਲਹਾਲ ਇੰਨੇ ਯਾਦ ਕਰ ਲਓ, ਠੀਕ ਹੈ। ਬਾਕੀ ਇਹਦੇ ਬਾਰੇ ਚਰਚਾ ਕਰਨੀ ਹੋਈ ਆਪਾਂ ਅੱਗੇ ਕਰਾਂਗੇ। ਅਤੇ ਬਸ ਇੱਕ ਹੋਰ ਯਾਦ ਕਰ ਲਓ, ਜਿਹੜਾ ਤਾਂ AB ਹੈ, ਠੀਕ ਹੈ, ਉਹ ਤਾਂ ਸਾਰਿਆਂ ਤੋਂ ਖੂਨ ਲੈ ਸਕਦਾ। ਜਿਹੜਾ AB ਹੈ, ਉਹ ਤਾਂ ਸਾਰਿਆਂ ਤੋਂ ਖੂਨ ਲੈ ਸਕਦਾ, ਪਰ ਜਿਹੜਾ O ਆ, ਉਹ ਸਾਰਿਆਂ ਨੂੰ ਖੂਨ ਦੇ ਸਕਦਾ ਗਾ, ਠੀਕ ਹੈ। ਇਹਨੂੰ ਤਾਂ ਕਹਿੰਦੇ ਆਪਾਂ ਯੂਨੀਵਰਸਲ ਡੋਨਰ, ਕਿ ਮਤਲਬ ਸਾਰਿਆਂ ਨੂੰ ਖੂਨ ਦੇ ਸਕਦਾ। A ਨੂੰ ਵੀ ਦੇ ਸਕਦਾ ਖੂਨ, B ਨੂੰ ਵੀ ਦੇ ਸਕਦਾ, O ਨੂੰ ਤਾਂ ਉਹ ਦੇ ਹੀ ਸਕਦਾ ਗਾ, ਅਤੇ AB ਨੂੰ ਵੀ ਦੇ ਸਕਦਾ। ਪਰ ਜਿਹੜਾ AB ਹੈਗਾ, ਇਹ ਸਭ ਤੋਂ ਖੂਨ ਲੈ ਸਕਦਾ ਗਾ, ਪਰ ਦੇ ਨਹੀਂ ਸਕਦਾ, ਠੀਕ ਹੈ। ਸਭ ਨੂੰ ਖੂਨ ਇਹਨੂੰ ਕਹਿੰਦੇ ਨੇ ਯੂਨੀਵਰਸਲ ਐਕਸੈਪਟਰ। ਯੂਨੀਵਰਸਲ ਐਕਸਪੈਕਟਰ, ਕਿ ਮਤਲਬ ਕੋਈ ਚੀਜ਼ ਆਪਾਂ ਐਕਸੈਪਟ ਕਰਨੀ, ਠੀਕ ਹੈ, ਉਹ ਚੀਜ਼ ਕਹਿ ਦਿੰਦੇ ਆ। ਜਾਂ ਐਕਸੈਪਟਰ ਨਹੀਂ ਲਿਖਿਆ ਹੁੰਦਾ, ਕੀ ਵੀ ਲਿਖਿਆ ਜਾਂਦਾ ਯੂਨੀਵਰਸਲ ਰਿਸੈਪਟਰ, ਤਾਂ ਇਹ ਵੀ ਸਹੀ ਹੋਊਗਾ। ਯੂਨੀਵਰਸਲ ਰਿਸੈਪਟਰ ਕਹਿੰਦਾ ਮਤਲਬ ਕਿ AB ਤਾਂ ਸਭ ਤੋਂ ਖੂਨ ਲੈ ਸਕਦਾ, ਅਤੇ ਉਹ ਸਾਰਿਆਂ ਨੂੰ ਖੂਨ ਦੇ ਸਕਦਾ ਹੈਗਾ। ਅਤੇ ਇਹ ਕਿਵੇਂ ਦੇ ਸਕਦਾ, ਕਿਵੇਂ ਲੈ ਸਕਦਾ, ਇਹਦੇ ਬਾਰੇ ਆਪਾਂ ਬਾਅਦ ਵਿੱਚ ਚਰਚਾ ਕਰਾਂਗੇ ਕਿਸੇ ਅਗਲੇ ਟੌਪਿਕ ਦੇ ਵਿੱਚ, ਕਿਉਂਕਿ ਫਿਰ ਬਾਹਲਾ ਮਤਲਬ ਗਾਹ ਜਿਹਾ ਪੈ ਜਾਊਗਾ। ਅਤੇ ਹੁਣ ਆਪਾਂ ਵਗ ਜਾਈਏ ਆਪਣੇ ਫਿਰ ਪਿਛਲੇ ਕੰਮ 'ਤੇ, ਠੀਕ ਹੈ। ਇੱਥੋਂ ਕੰਮ ਚੱਲਿਆ ਸੀ ਆਪਣਾ। ਹੁਣ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ। ਦੇਖੋ ਬਲੱਡ ਸੈੱਲ ਬਾਰੇ, ਰੈੱਡ ਬਲੱਡ ਸੈੱਲ ਮਨੁੱਖੀ ਸਰੀਰ ਵਿੱਚ ਕਿੱਥੇ ਬਣਦਾ ਹੈ? ਬੋਨ ਮੈਰੋ ਦੇ ਵਿੱਚ ਬਣਦਾ ਹੈ। ਡੈਥ ਪੁੱਛ ਲੈਂਦੇ, ਸਪਲੀਨ ਦੇ ਵਿੱਚ, ਪਲੀਹਾ ਦੇ ਵਿੱਚ ਹੁੰਦੀ ਹੈ, ਠੀਕ ਹੈ। ਪਲੇਟਲੇਟਸ ਨੂੰ ਕੀ ਕਹਿੰਦੇ ਆਪਾਂ? ਥਰੋਂਬੋਸਾਈਟ। ਇਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ, ਠੀਕ ਹੈ। ਇਹਦੇ ਵਿੱਚ ਇਹਦੀ ਘਾਟ ਨਾਲ ਕੀ ਹੋ ਜਾਂਦਾ? ਪੀਲੀਆ ਵੀ ਹੋ ਜਾਂਦਾ ਪਲੇਟਲੇਟਸ ਦੀ ਘਾਟ ਨਾਲ, ਜਿਹਨੂੰ ਆਪਾਂ ਜੌਂਡੀਸ ਵੀ ਕਹਿ ਦਿੰਦੇ ਇੰਗਲਿਸ਼ ਦੇ ਵਿੱਚ ਪੀਲੀਆ ਨੂੰ। ਅਤੇ ਪਲੇਟਲੇਟਸ ਦਾ ਦਿਨ ਕਿੰਨੇ ਹੁੰਦੇ ਆ? ਕਿੰਨੇ ਦਿਨ ਇਹਦੀ ਮਿਆਦ ਹੁੰਦੀ ਹੈਗੀ ਪਲੇਟਲੇਟਸ ਦੀ? 3 ਤੋਂ 4 ਦਿਨ, ਜਿੰਨੀ ਤੁਹਾਨੂੰ ਕਰਵਾ ਕੇ ਗਏ। WBC ਨੂੰ ਕਹਿੰਦੇ ਬਲੱਡ ਸੈੱਲ। ਇਹ 'ਚ ਨਿਊਕਲੀਅਸ ਹੁੰਦਾ ਗਾ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਹਾਂ ਲਿਊਕੋਸਾਈਟ। ਓਕੇ, 4 ਤੋਂ 5 ਦਿਨ ਦਾ ਕੰਮ ਹੁੰਦਾ, 6:1 ਰੇਸ਼ੋ ਦੇ ਵਿੱਚ ਇਹ ਹੁੰਦਾ ਗਾ, ਠੀਕ ਹੈ। ਸਾਰੀਆਂ ਚੀਜ਼ਾਂ ਦਾ ਆਪਾਂ ਪੋਸਟਮਾਰਟਮ ਕਰਤਾ, ਕਹਿੰਦਾ ਮੈਂ ਸਾਰੀਆਂ ਚੀਜ਼ਾਂ ਦੀ ਆਪਾਂ ਆਟੋਪੈਸੀ ਕਰਤੀ। ਆਟੋਪੈਸੀ ਨੂੰ ਆਪਾਂ ਪੋਸਟਮਾਰਟਮ ਕਹਿ ਦਿੰਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਆਪਾਂ 4 ਨੰਬਰ ਆਪਸ਼ਨ 'ਤੇ, 4 ਨੰਬਰ ਸਵਾਲ 'ਤੇ। ਕਹਿੰਦੇ ਜੀਰੋ ਕਹਿੰਦੇ ਆਪਾਂ ਸਾਡੇ ਦੁਆਰਾ ਜਾਂ ਕਿਸੇ ਇਨਸਾਨ ਦੁਆਰਾ ਅੱਖ ਦਾਨ ਕੀਤੀ ਜਾਂਦੀ, ਤਾਂ ਅੱਖ ਦਾ ਕਿਹੜਾ ਹਿੱਸਾ ਦਿੱਤਾ ਜਾਂਦਾ ਦਾਨ ਦੇ ਵਿੱਚ? ਕਹਿੰਦੇ ਆਈਵਾਲ, ਪੁਪਿਲ, ਸਕਲੇਰਾ ਅਤੇ ਕੋਰਨੀਆ। ਜਦੋਂ ਵੀ ਕੋਈ ਬੰਦਾ ਕਿਸੇ ਨੂੰ ਦਾਨ ਕਰਦਾ ਅੱਖ, ਤਾਂ ਉਹ ਆਪਣੇ ਹਿੱਸੇ ਦਾ, ਆਪਣੀ ਅੱਖ ਦਾ ਕਿਹੜਾ ਹਿੱਸਾ ਦਾਨ ਕਰਦਾ? ਕੋਰਨੀਆ। ਤਾਂ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ D ਭਾਈ। ਕੀ ਦਾਨ ਕਰਦਾ ਉਹ? ਕੋਰਨੀਆ ਦਾਨ ਕਰਦਾ ਆਪਣੇ ਹਿੱਸੇ ਦਾ। ਦੂਸਰੀ ਗੱਲ, ਜਿਹੜਾ ਆਪਣਾ ਪ੍ਰਤੀਬਿੰਬ ਬਣਦਾ, ਆਪਣੀ ਫੋਟੋ ਬਣਦੀ ਹੈ, ਪ੍ਰਤੀਬਿੰਬ ਫੋਟੋ ਬਣਦੀ ਹੈ, ਜਿਹੜੀ ਆਪਾਂ ਕੋਈ ਵੀ ਚੀਜ਼ ਦੇਖਦੇ ਹਾਂ ਆਪਾਂ ਸਾਹਮਣੇ, ਉਹ ਆਪਣੇ ਕਿੱਥੇ ਬਣਦੀ ਹੈ? ਅੱਖਾਂ ਦੇ ਵਿੱਚ ਜਾ ਕੇ ਰੈਟੀਨਾ 'ਤੇ। ਪ੍ਰਸ਼ਨ ਆ ਸਕਦਾ ਪ੍ਰਸ਼ਨ ਦੇ ਪੇਪਰ ਦੇ ਵਿੱਚ ਕਿ ਜਿਹੜਾ ਆਪਣਾ ਕੋਈ ਵੀ ਪ੍ਰਤੀਬਿੰਬ ਦੇਖਦੇ ਆ, ਇਹ ਕਿਹੜਾ ਹੁੰਦਾ? ਇਹ ਆਪਣੀ ਜਿਹੜੀ ਅੱਖ ਦੇ ਵਿੱਚ ਰੈਟੀਨਾ 'ਤੇ ਬਣਦਾ। ਜਿਹੜਾ ਰੈਟੀਨਾ 'ਤੇ ਪ੍ਰਤੀਬਿੰਬ ਬਣਦਾ, ਉਹ ਆਵਾਸੀ 'ਤੇ ਉਲਟਾ ਬਣਦਾ ਹੈਗਾ, ਠੀਕ ਹੈ। ਆਵਾਸੀ 'ਤੇ ਉਲਟਾ ਬਣਦਾ। ਜਿਹੜਾ ਆਪਣੇ ਅੰਦਰ ਰੈਟੀਨਾ 'ਤੇ ਇਹ ਬਣੀ ਜਾਂਦਾ ਸਾਹਮਣੇ ਦਾ ਦ੍ਰਿਸ਼, ਇਹ ਉਲਟਾ ਬਣੀ ਜਾਂਦਾ ਅਤੇ ਆਪਾਂ ਨੂੰ ਸਿੱਧਾ ਦਿੰਦਾ ਇਹ, ਠੀਕ ਹੈ।
ਇਸ ਤੋਂ ਬਾਅਦ ਆ ਗਏ ਆਪਾਂ ਅਗਲੇ ਨੰਬਰ ਤੇ, ਆਪਸ਼ਨ ਨੰਬਰ 5 ਤੇ, ਪ੍ਰਸ਼ਨ ਨੰਬਰ 5 ਤੇ। ਇਹਨਾਂ ਦੇ ਵਿੱਚੋਂ ਕਿਹੜੀ ਸਥਾਈ ਮੈਮਰੀ ਹੈ? ਸਥਾਈ ਮੈਮਰੀ ਦਾ ਮਤਲਬ ਹੁੰਦਾ ਹੈਗਾ ਪਰਮਾਨੈਂਟ ਮੈਮਰੀ। ਰੈਮ, ਰੋਮ, ਕੈਚ, HDD। ਰੈਮ ਦਾ ਮਤਲਬ ਹੁੰਦਾ ਹੈਗਾ ਰੈਂਡਮ ਐਕਸੈਸ ਮੈਮਰੀ। ਰੋਮ ਦਾ ਮਤਲਬ ਹੁੰਦਾ ਰੀਡ ਓਨਲੀ ਮੈਮਰੀ। ਕੈਚ ਮੈਮਰੀ, ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂਗਾ, ਠੀਕ ਹੈ। ਕੈਚ ਮੈਮਰੀ ਬਾਰੇ ਬਾਅਦ 'ਚ ਗੱਲਾਂ ਕਰਦੇ ਆਪਾਂ, ਤੁਹਾਨੂੰ ਐਂਡ ਦੇ ਇਹਦੇ ਵਿੱਚ ਹੀ ਲੈਕਚਰ ਲਾਉਣਾ। ਇਸ ਤੋਂ ਬਾਅਦ ਆ ਗਿਆ HDD। HDD ਫੁੱਲ ਫਾਰਮ ਹੁੰਦੀ ਹੈ ਹਾਰਡ ਡਿਸਕ ਡਰਾਈਵ। ਦੇਖੋ ਜਿਹੜੀ ਆਪਣੀ ਰੈਂਡਮ ਐਕਸੈਸ ਮੈਮਰੀ ਹੁੰਦੀ ਹੈ, ਰੈਮ ਤੇ ਰੋਮ, ਇਹ ਦੋਨੇ ਮੇਨ ਮੈਮਰੀ ਦੀਆਂ ਉਦਾਹਰਨਾਂ ਹੈਗੀਆਂ। ਕਿਹਦੀਆਂ ਉਦਾਹਰਨਾਂ? ਮੇਨ ਮੈਮਰੀ ਦੀਆਂ ਉਦਾਹਰਨਾਂ ਦੋਨੇ। ਮੇਨ ਮੈਮਰੀ ਨੂੰ ਆਪਾਂ ਪ੍ਰਾਇਮਰੀ ਮੈਮਰੀ ਕਹਿ ਦਿੰਦੇ ਹਾਂ, ਠੀਕ ਹੈ। ਕਹਿਣ ਦਾ ਮਤਲਬ ਕਿ ਰੈਮ ਹੈ, ਜਿਹਦੇ ਵਿੱਚ ਰੈਮ ਜਿਹੜੀ ਹੁੰਦੀ ਹੈ ਇਹਦੇ ਵਿੱਚ ਤਾਂ ਇਹ ਤਾਂ ਹੁੰਦੀ ਹੈਗੀ ਵੋਲਟਾਲਾਈਟ, ਠੀਕ ਹੈ, ਇਹ ਹੁੰਦੀ ਹੈ ਵੋਲਟਾਲਾਈਟ। ਅਤੇ ਜਿਹੜੀ ਰੈਮ ਰੋਮ ਹੁੰਦੀ ਹੈ ਇਹਦੇ ਨਾਲ ਹੀ ਅਟੈਚ ਹੁੰਦੀ ਹੈ। ਪਰ ਕਹਿੰਦੇ ਜਿਹੜੀ ਸਥਾਈ ਮੈਮਰੀ ਹੁੰਦੀ ਹੈ ਪੱਕੇ ਤੌਰ 'ਤੇ ਸਥਾਈ ਹੁੰਦੀ ਹੈ, ਜਿਹਦੇ ਵਿੱਚ ਆਪਾਂ ਚੀਜ਼ ਸਟੋਰ ਕਰਕੇ ਰੱਖ ਸਕਦੇ ਹਾਂ, ਉਹ ਹੈਗੀ ਆਪਣੀ ਹਾਰਡ ਡਿਸਕ ਡਰਾਈਵ। ਇਹਨੂੰ ਸਥਾਈ ਮੈਮਰੀ ਕਹਿ ਦਿੰਦੇ ਹਾਂ। ਕਹਿੰਦਾ ਮਤਲਬ ਕਿ ਲਾਈਟ ਘਟੇ ਵਧੇ, ਆਪਣਾ ਮੋਬਾਈਲ ਖਰਾਬ ਹੋਵੇ ਜਾਂ ਕੁਛ ਵੀ ਮਰਜ਼ੀ ਹੋਵੇ, ਤਾਂ ਜਿਹੜੀ ਮੈਮਰੀ ਆਪਣੀ HDD ਦੇ ਵਿੱਚ ਪਈ ਹੋਊਗੀ ਉਹ ਉੱਧਰ ਹੀ ਪਈ ਰਹੂਗੀ, ਉਨਾ ਚਿਰ ਉਹ ਖਰਾਬ ਨਹੀਂ ਹੋਊਗੀ। ਓਕੇ ਜੀ, ਉਨਾ ਚਿਰ ਉਹ ਖਰਾਬ ਨਹੀਂ ਹੋਊਗੀ। ਪੱਕੇ ਤੌਰ 'ਤੇ ਸਥਾਈ ਮੈਮਰੀ ਹੈ, ਇਹਨੂੰ ਕੋਈ ਨਹੀਂ ਹਟਾ ਸਕਦਾ, ਠੀਕ ਹੈ। ਇਸ ਤੋਂ ਬਾਅਦ ਇੱਕ ਤੁਹਾਨੂੰ ਕਰਾ ਕੇ ਗਿਆ ਸੀ FDD, ਇੱਕ ਕਰਾਵਾ ਕੇ ਗਿਆ ਸੀ ਮੈਂ HDD। ਜਿਹੜੀ ਆ ਫਲੋਪੀ, ਇਹਨੂੰ ਕਹਿੰਦੇ ਆਪਾਂ ਫਲੋਪੀ ਡਿਸਕ ਡਰਾਈਵ, ਇਹਨੂੰ ਕਹਿੰਦੇ ਆਪਾਂ ਹਾਰਡ ਡਿਸਕ ਡਰਾਈਵ। ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਫਲੋਪੀ ਡਿਸਕ ਡਰਾਈਵ ਯੂਜ਼ ਕੀਤੀ ਜਾਂਦੀ ਸੀ, ਅੱਜ ਦੇ ਟਾਈਮ ਦੇ ਵਿੱਚ ਹਾਰਡ ਡਿਸਕ ਡਰਾਈਵ ਯੂਜ਼ ਕੀਤੀ ਜਾਂਦੀ ਹੈ। ਇਹਦੇ 2 ਹਿੱਸੇ ਹੁੰਦੇ ਆ A ਅਤੇ B, ਇਹਦੇ 4 ਹਿੱਸੇ ਹੁੰਦੇ ਆ C D E F, ਠੀਕ ਹੈ, ਇਹਦੇ 4 ਹਿੱਸੇ ਹੁੰਦੇ ਆ। ਦੂਸਰੀ ਗੱਲ, ਇੱਕ ਪੇਪਰ ਦੇ ਵਿੱਚ ਪ੍ਰਸ਼ਨ ਆਉਂਦਾ ਹੁੰਦਾ ਕਿ ਵੀ ਪੁੱਛ ਲੈਂਦੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਮੈਮਰੀ ਸਭ ਤੋਂ ਤੇਜ਼ ਹੈ। ਇੱਥੇ 27 ਦੀ ਨਾਂ 'ਤੇ ਲਿਖ ਦਿੰਦੇ, ਇਹਨਾਂ ਵਿੱਚੋਂ ਦੱਸੋ ਕਿਹੜੀ ਮੈਮਰੀ ਸਭ ਤੋਂ ਤੇਜ਼ ਮੈਮਰੀ ਹੈ। ਤਾਂ ਜਦੋਂ ਵੀ ਕਿਤੇ ਤੇਜ਼ ਮੈਮਰੀ ਦੀ ਗੱਲ ਆ ਗਈ, ਸਭ ਤੋਂ ਤੇਜ਼ ਮੈਮਰੀ ਦਾ ਹੁੰਦੀ ਹੈ ਭਾਈ ਰਜਿਸਟਰ ਮੈਮਰੀ। ਅਤੇ ਜੇ ਰਜਿਸਟਰ ਮੈਮਰੀ ਨਹੀਂ ਪਿਆ ਤਾਂ ਦੂਜੇ ਨੰਬਰ 'ਤੇ ਆ ਜੂਗੀ ਕੈਚ ਮੈਮਰੀ। ਇਹ ਗੱਲ ਯਾਦ ਰੱਖਣੀ ਹੈ। ਜੇਕਰ ਕਿਸੇ ਨੇ ਪੁੱਛ ਲਿਆ ਕਿ ਆਪਣੇ ਕੰਪਿਊਟਰ ਦੇ ਵਿੱਚ ਸਭ ਤੋਂ ਤੇਜ਼ ਮੈਮਰੀ ਕਿਹੜੀ ਹੁੰਦੀ ਹੈ, ਰਜਿਸਟਰ ਮੈਮਰੀ। ਜੇ ਰਜਿਸਟਰ ਮੈਮਰੀ ਆਪਸ਼ਨ ਦੇ ਵਿੱਚ ਨਹੀਂ ਹੈਗਾ ਅਤੇ ਕੈਚ ਮੈਮਰੀ ਪਿਆ ਤਾਂ ਆਨਸਰ ਕੈਚ ਮੈਮਰੀ ਆ ਜਾਊਗਾ। ਓਕੇ ਜੀ, ਇਹ ਗੱਲ ਕਲੀਅਰ ਹੈ ਸਾਰਿਆਂ ਨੂੰ। ਹੁਣ ਚੱਲਦੇ ਆਪਾਂ ਅੱਗੇ। ਕਾਂਗਰਸ ਕਿਹੜੇ ਸਾਲ ਦੋ ਭਾਗਾਂ ਵਿੱਚ ਵੰਡੀ ਗਈ ਸੀ? ਕਾਂਗਰਸ ਕਦੋਂ ਬਣੀ ਸੀ? 1885 ਦੇ ਵਿੱਚ। ਇਹ ਉਹ ਹਿਊਮ ਦੁਆਰਾ ਕਾਂਗਰਸ ਨੂੰ ਬਣਾਇਆ ਗਿਆ ਸੀ, ਠੀਕ ਹੈ। ਇਹ ਵੰਡੀ ਕਦੋਂ ਗਈ? ਜਦੋਂ INC ਬਣੀ ਸੀ, ਇੰਡੀਅਨ ਨੈਸ਼ਨਲ ਕਾਂਗਰਸ ਬਣੀ ਸੀ, ਉਦੋਂ ਕੌਣ ਸੀ ਗਵਰਨਰ ਜਨਰਲ? ਡਫਰਿਨ, ਲਾਰਡ ਡਫਰਿਨ ਸੀ। ਇਸ ਤੋਂ ਬਾਅਦ ਕਾਂਗਰਸ 2 ਭਾਗਾਂ ਦੇ ਵਿੱਚ ਕਦੋਂ ਵੰਡੀ ਗਈ ਹੈ? 1907 ਦੇ ਵਿੱਚ ਵੰਡੀ ਗਈ ਹੈ ਭਾਈ, ਠੀਕ ਹੈ। 1907 ਦੇ ਵਿੱਚ ਕਾਂਗਰਸ 2 ਭਾਗਾਂ ਦੇ ਵਿੱਚ ਵੰਡੀ ਗਈ ਸੀ। ਕਿਹੜਾ ਵਿਭਾਜਨ ਹੋਇਆ ਸੀ ਉਦੋਂ? ਕਿੱਥੇ ਹੋਇਆ ਸੀ ਇਹ ਵਿਭਾਜਨ? ਸੂਰਤ ਦੇ ਵਿੱਚ। ਸੂਰਤ ਵਿਭਾਜਨ ਜਦੋਂ ਹੋਇਆ ਸੀ, ਸੂਰਤ ਵਿਭਾਜਨ ਦੇ ਵਿੱਚ INC ਕਾਂਗਰਸ 2 ਧੜਿਆਂ 'ਚ ਵੰਡੀ ਗਈ ਸੀ। ਇਹ 2 ਧੜੇ ਕਿਹੜੇ ਕਿਹੜੇ ਸੀ? ਗਰਮ ਧੜਾ ਅਤੇ ਨਰਮ ਧੜਾ। ਜਿਹੜਾ ਤਾਂ ਗਰਮ ਧੜਾ ਸੀ ਉਹ ਤਾਂ ਗੰਗਾਧਰ ਤਿਲਕ ਸੀ ਉਹਦਾ ਮੁਖੀ ਤਾਂ, ਅਤੇ ਲਾਲਾ ਲਾਜਪਤ ਰਾਏ। ਜਿਹੜਾ ਨਰਮ ਧੜਾ ਸੀ ਇਹਦਾ ਹੈਗਾ ਸੀ ਕ੍ਰਿਸ਼ਨ ਗੋਖਲੇ ਅਤੇ ਮਹਾਤਮਾ ਗਾਂਧੀ, ਠੀਕ ਹੈ। ਇਹ ਗਰਮ ਧੜੇ ਦੇ ਸੀ, ਇਹ ਨਰਮ ਧੜੇ ਦੇ ਸੀ। ਓਕੇ ਜੀ, ਇਸ ਤੋਂ ਬਾਅਦ ਬਸ ਇਹੀ ਪ੍ਰਸ਼ਨ ਬਣਦਾ ਮੇਨ। ਚਲੋ ਅੱਗੇ। ਵਿਚ ਇਜ਼ ਦਾ ਫੋਲੋਇੰਗ ਕੰਟਰੀ ਹੈਜ਼ ਬੌਨ FIFA ਵਰਲਡ ਕੱਪ ਮੈਕਸੀਮਮ। ਜਿਹੜਾ FIFA ਵਰਲਡ ਕੱਪ ਹੈ, ਦੇਖੋ ਜਿਹੜੇ FIFA ਦੇ ਜਿੰਨੇ ਵੀ ਮੈਚ, ਜਿਵੇਂ ICC ਹੈ, ਇੰਡੀਅਨ ਕ੍ਰਿਕਟ ਕਾਉਂਸਲ, ICC ਸਾਰੇ ਮੈਚ ਕੌਣ ਕਰਾਉਂਦਾ? ICC ਕਿਹਦੇ ਮੈਚ ਕਰਵਾਉਂਦਾ? ਕ੍ਰਿਕਟ ਦੇ। ਉਹ ਜਿਵੇਂ ਜਿਹੜੇ ਫੁੱਟਬਾਲ ਦੇ ਮੈਚ ਹੁੰਦੇ ਆ, ਇਹ ਸਾਰੇ ਮੈਚ ਫੁੱਟਬਾਲ ਦੇ ਕੌਣ ਕਰਵਾਉਂਦੀ ਹੈ? FIFA ਆਰਗੇਨਾਈਜੇਸ਼ਨ ਕਰਵਾਉਂਦੀ ਹੈ। ਇਹਦਾ ਹੈੱਡ ਕੁਆਟਰ ਹੈਗਾ ਯੂਰਕ ਦੇ ਵਿੱਚ, ਅਤੇ 1904 ਦੇ ਵਿੱਚ ਭਾਈ ਇਹ ਬਣੀ ਸੀ FIFA ਯੂਰਕ ਦੇ ਵਿੱਚ ਹੈੱਡ ਕੁਆਟਰ ਹੈ। 1904 ਦੇ ਵਿੱਚ ਬਣੀ ਸੀ। ਹੁਣ ਤੱਕ ਸਭ ਤੋਂ ਵੱਧ ਵਰਲਡ ਕੱਪ FIFA ਦੇ ਵਿੱਚ ਫੁੱਟਬਾਲ ਦੇ ਵਿੱਚ ਕਿਹੜੀ ਸਟੇਟ ਨੇ ਜਿੱਤੇ ਆ, ਕਿਹੜੇ ਦੇਸ਼ ਨੇ ਜਿੱਤੇ ਆ? ਇਹ ਜਿੱਤਿਆ ਭਾਈ ਬ੍ਰਾਜ਼ੀਲ ਨੇ, ਠੀਕ ਹੈ। ਕਿਹਨੇ ਜਿੱਤੇ ਆ? ਬ੍ਰਾਜ਼ੀਲ ਨੇ ਜਿੱਤੇ ਆ। ਓਕੇ ਜੀ, ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ 'ਤੇ। ਉਹੀ ਪ੍ਰਸ਼ਨ ਆ ਗਿਆ ਦੁਬਾਰਾ ਜਿਹੜਾ ਮੈਂ ਤੁਹਾਨੂੰ ਕਰਵਾ ਕੇ ਗਿਆ ਗਾ, ਕਿ ਜਿਹੜਾ FIFA ਹੈਗਾ, FIFA ਦਾ ਹੈੱਡਕੁਆਟਰ ਯੂਰਕ ਦੇ ਵਿੱਚ ਹੈ। ਯੂਰਕ ਕਿੱਥੇ ਆ? ਸਵਿਟਜ਼ਰਲੈਂਡ ਦੇ ਵਿੱਚ ਹੈ। FIFA ਦਾ ਸਭ ਤੋਂ ਵੱਧ ਜਿਹੜੇ ਮੈਚ ਜਿੱਤੇ ਆ ਉਹ ਜਿੱਤੇ ਆ ਬ੍ਰਾਜ਼ੀਲ ਨੇ। ਅਤੇ ਕਦੋਂ ਬਣੀ ਸੀ FIFA? 1904 ਦੇ ਵਿੱਚ ਭਾਈ ਇਹ ਆਰਗੇਨਾਈਜੇਸ਼ਨ ਬਣੀ ਸੀ। ਇਸ ਤੋਂ ਬਾਅਦ ਆ ਗਿਆ ਆਪਾਂ ਅਗਲੇ 'ਤੇ। ਜੁਆਇੰਟ
ਜਿਹੜੀ ਜੁਆਇੰਟ ਸੀਟਿੰਗ ਹੁੰਦੀ ਹੈ ਆਪਣੀ, ਇਸ ਨੂੰ ਬੁਲਾਉਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ? ਸਭ ਤੋਂ ਪਹਿਲੀ ਗੱਲ ਤਾਂ ਜੁਆਇੰਟ ਸੀਟਿੰਗ ਹੁੰਦੀ ਕੀ ਹੈ? ਜਿਹੜੀ ਜੁਆਇੰਟ ਸੀਟਿੰਗ ਆ ਭਾਈ, ਇਹ ਆ ਗਈ ਆਪਣੇ ਆਰਟੀਕਲ 108 ਦੇ ਵਿੱਚ, ਠੀਕ ਹੈ। ਜੁਆਇੰਟ ਸੀਟਿੰਗ ਆਪਣੇ ਆਰਟੀਕਲ 108 ਦੇ ਵਿੱਚ ਆ ਜਾਂਦੀ ਹੈ, ਠੀਕ ਹੈ। ਅਤੇ 110 ਦੇ ਵਿੱਚ ਆਪਣਾ ਕੀ ਆ ਜਾਂਦਾ? ਮਨੀ ਬਿੱਲ ਆ ਜਾਂਦਾ, ਠੀਕ ਹੈ। ਮਨੀ ਬਿੱਲ ਹਮੇਸ਼ਾ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ ਗਾ, ਇਹ ਗੱਲ ਵੀ ਯਾਦ ਰੱਖਣੀ ਹੈ। ਮਨੀ ਬਿੱਲ ਕਾਹਦੇ 'ਚ ਆ ਜਾਂਦਾ ਗਾ? ਆਰਟੀਕਲ 110 ਦੇ ਵਿੱਚ। ਅਤੇ ਮਨੀ ਬਿੱਲ ਹਮੇਸ਼ਾ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ ਹੈ। ਜਦੋਂ ਕੋਈ ਆਪਾਂ ਬਿੱਲ ਪੇਸ਼ ਕਰਦੇ ਹਾਂ, ਜਦੋਂ ਕੋਈ ਬਿੱਲ ਆਪਾਂ ਪੇਸ਼ ਕਰਦੇ ਹਾਂ, ਉਹ ਮਨੀ ਬਿੱਲ ਹੈ ਕਿ ਕੋਈ ਹੋਰ ਬਿੱਲ ਹੈ, ਇਹ ਕੌਣ ਦੱਸੂਗਾ ਆਪਾਂ ਨੂੰ? ਇਹ ਦੱਸੂਗਾ ਆਪਾਂ ਨੂੰ ਸਪੀਕਰ। ਪ੍ਰਸ਼ਨ ਆਇਆ ਹੋਇਆ ਕਿ ਮਨੀ ਬਿੱਲ ਬਾਰੇ ਕੌਣ ਦੱਸੂਗਾ ਆਪਾਂ ਨੂੰ? ਇਹ ਦੱਸੂਗਾ ਸਪੀਕਰ ਕਿ ਬਿੱਲ ਮਨੀ ਬਿੱਲ ਹੈ ਕਿ ਹੋਰ ਬਿੱਲ ਹੈਗਾ, ਠੀਕ ਹੈ। ਜਿਹੜਾ ਮਨੀ ਬਿੱਲ ਹੁੰਦਾ ਇਹ ਸਿੰਪਲ ਮੈਜੋਰਟੀ ਨਾਲ ਪਾਸ ਕੀਤਾ ਜਾ ਸਕਦਾ ਹੈ, ਸਿੰਪਲ ਮੈਜੋਰਟੀ ਨਾਲ ਪਾਸ ਕੀਤਾ ਜਾ ਸਕਦਾ ਹੈ, ਠੀਕ ਹੈ। ਇਹਦੇ 'ਤੇ ਆਪਦੀ ਕੋਈ ਜ਼ਿਆਦਾ ਵੀਟੋ ਪਾਵਰਾਂ ਦਾ ਯੂਜ਼ ਨਹੀਂ ਕਰ ਸਕਦਾ ਰਾਸ਼ਟਰਪਤੀ, ਠੀਕ ਹੈ ਜੀ। ਇੱਕ ਤਾਂ ਇਹ ਗੱਲ ਹੋ ਗਈ, ਸਪੀਕਰ ਸਿੰਪਲ ਮੈਜੋਰਟੀ ਨਾਲ ਕਰ ਸਕਦਾ। ਲੋਕ ਸਭਾ 110 ਆਰਟੀਕਲ ਦੇ ਵਿੱਚ ਬਿੱਲ ਪਾਸ ਕੀਤਾ ਜਾਂਦਾ ਹੈਗਾ ਮਨੀ ਬਿੱਲ, ਅਤੇ 108 ਦੇ ਵਿੱਚ ਜੁਆਇੰਟ ਸੀਟਿੰਗ ਹੋ ਜਾਂਦੀ ਹੈ। ਅਤੇ ਹੋਰ ਕੋਈ ਤੱਤ ਰਹਿ ਗਿਆ ਹੋਵੇ? ਬਸ ਆਹੀ ਹੈ। ਇਸ ਤੋਂ ਬਾਅਦ ਜੁਆਇੰਟ ਸੀਟਿੰਗ ਨੂੰ ਬੁਲਾਉਣ ਦਾ ਕੰਮ ਕੌਣ ਕਰਦਾ? ਜੁਆਇੰਟ ਸੀਟਿੰਗ ਦਾ ਮਤਲਬ ਕੀ ਹੈ? ਸਭ ਤੋਂ ਪਹਿਲਾਂ ਜੁਆਇੰਟ ਸੀਟਿੰਗ ਦਾ ਮਤਲਬ ਹੁੰਦਾ ਕਿ ਲੋਕ ਸਭਾ ਪਲੱਸ ਰਾਜ ਸਭਾ ਦੋਨਾਂ ਨੂੰ ਇਕੱਠਿਆਂ ਨੂੰ ਬੁਲਾਉਣਾ ਗਾ। ਇਹ ਕਿਹਦੇ ਕੋਲ ਪਾਵਰ ਹੈ ਕਿ ਦੋਨਾਂ ਨੂੰ ਇਕੱਠਿਆਂ ਨੂੰ ਬੁਲਾ ਸਕਦਾ? ਤਾਂ ਉਹ ਬੁਲਾ ਸਕਦਾ, ਕਹਿੰਦੇ ਦੱਸੋ, ਸਪੀਕਰ ਬੁਲਾ ਸਕਦਾ, ਵਾਈਸ ਪ੍ਰੈਜ਼ੀਡੈਂਟ ਬੁਲਾ ਸਕਦਾ, ਪ੍ਰੈਜ਼ੀਡੈਂਟ ਬੁਲਾ ਸਕਦਾ, ਕੋਈ ਨਹੀਂ ਬੁਲਾ ਸਕਦਾ। ਤਾਂ ਬਈ ਜੇ ਜੁਆਇੰਟ ਸੀਟਿੰਗ ਹੈ, ਇਹਨੂੰ ਬੁਲਾ ਸਕਦਾ ਗਾ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਕੋਲ ਅਥਾਰਟੀ ਹੈ ਕਿ ਉਹ ਜੁਆਇੰਟ ਸੀਟਿੰਗ ਬੁਲਾ ਸਕਦਾ। ਜੁਆਇੰਟ ਸੀਟਿੰਗ ਆਰਟੀਕਲ 108 ਦੇ ਵਿੱਚ ਆ ਜਾਂਦੀ ਹੈ ਭਾਈ, ਓਕੇ। ਅਤੇ ਜਿਹੜੀ ਅਧਿਕਸ਼ਤਾ ਉਹ ਕੌਣ ਕਰਦਾ? ਬੁਲਾ ਤਾਂ ਸਕਦਾ ਹੈਗਾ, ਸਿਰਫ ਬੁਲਾ ਕੌਣ ਸਕਦਾ ਗਾ? ਬੁਲਾ ਤਾਂ ਸਕਦਾ ਪ੍ਰੈਜ਼ੀਡੈਂਟ, ਪਰ ਇਹਨਾਂ ਨੂੰ ਇਹਨਾਂ ਨੂੰ ਫੋਲੋ ਉਹ ਕੌਣ ਕਰੂਗਾ? ਮਤਲਬ ਇਹਨੇ ਸਾਰਿਆਂ ਦੀ ਗੱਲਬਾਤ ਸੁਣੂਗਾ, ਉਹ ਕੌਣ ਸੁਣੂਗਾ? ਉਹ ਸੁਣੂਗਾ ਸਪੀਕਰ, ਓਕੇ। ਉਹ ਆ ਜਾਊਗਾ ਸਪੀਕਰ। ਅਤੇ ਇਹਦਾ ਆਨਸਰ ਹੈਗਾ ਆਪਸ਼ਨ ਨੰਬਰ ਸੀ, ਪ੍ਰੈਜ਼ੀਡੈਂਟ। ਜੇ ਪੁੱਛ ਲੈਂਦੇ ਕਿ ਜੁਆਇੰਟ ਸੀਟਿੰਗ ਨੂੰ ਹੋਲਡ ਕੌਣ ਕਰੂਗਾ, ਇਹਨਾਂ ਨੂੰ ਮਤਲਬ ਕਿਹੜਾ ਹੋਸਟ ਕਰੂਗਾ? ਉਹ ਕਰੂਗਾ ਸਪੀਕਰ। ਜਿਹੜਾ ਕ੍ਰਿਕਟ ਕੱਪ ਕ੍ਰਿਕਟ ਵਰਲਡ ਕੱਪ 2015 ਦੇ ਵਿੱਚ ਹੋਇਆ ਸੀ, ਕਿਸ ਦੇਸ਼ ਨੇ ਜਿੱਤਿਆ ਸੀ ਭਾਈ? ਇਹ ਕਹਿੰਦੇ ਆਸਟ੍ਰੇਲੀਆ ਨੇ ਜਿੱਤਿਆ ਸੀ, ਅਮਰੀਕਾ ਨੇ ਜਿੱਤਿਆ ਸੀ, ਕੈਨੇਡਾ ਨੇ ਜਿੱਤਿਆ, ਯੂਰਪ ਨੇ ਜਿੱਤਿਆ ਸੀ। ਤਾਂ ਇਹ ਜਿੱਤਿਆ ਸੀ ਭਾਈ ਆਸਟ੍ਰੇਲੀਆ ਨੇ, ਠੀਕ ਹੈ। ਆਸਟ੍ਰੇਲੀਆ ਨੇ ਜਿੱਤਿਆ ਸੀ 2015 ਦੇ ਵਿੱਚ ਜਿਹੜਾ ਵਰਲਡ ਕੱਪ ਹੋਇਆ ਸੀ ਕ੍ਰਿਕਟ ਦਾ। ਹੁਣ ਤੁਸੀਂ ਮੈਨੂੰ ਇਹ ਦੱਸਣਾ ਕਿ ਜਿਹੜਾ ਇਹ ਵਰਲਡ ਕੱਪ ਹੋਇਆ ਸੀ, ਇੱਕ ਤਾਂ ਇਹ ਆਸਟ੍ਰੇਲੀਆ ਸੀ ਐਂਡ ਦੇ ਮੈਚ ਦੇ ਵਿੱਚ, ਇਹਦੇ 'ਚ ਇੱਕ ਹੋਰ ਇਹ ਕਿਹਦੇ ਨਾਲ ਮੈਚ ਹੋਇਆ ਸੀ ਇਹਨਾਂ ਦਾ? ਨਿਊਜ਼ੀਲੈਂਡ ਨਾਲ ਹੋਇਆ ਸੀ ਕਿ ਅਮਰੀਕਾ ਨਾਲ ਹੋਇਆ ਸੀ? ਦੋਨਾਂ 'ਚ ਇੱਕ ਆਪਸ਼ਨ ਦੱਸ ਦਿਓ, ਠੀਕ ਹੈ। ਮੈਂ ਨਿਊਜ਼ੀਲੈਂਡ ਕਹਿ ਦਿੰਦਾ, ਚਲੋ ਦੱਸ ਦਿੰਦੇ ਸਰ ਨਿਊਜ਼ੀਲੈਂਡ ਦੇ ਵਿੱਚ ਹੋਇਆ ਸੀ, ਓਕੇ। ਫਿਰ ਤੁਸੀਂ ਉਲਝਦੇ ਫਿਰੋਗੇ। ਅਤੇ ਆਸਟ੍ਰੇਲੀਆ ਦੀ ਰਾਜਧਾਨੀ ਕੀ ਹੈ? ਕੈਨਬਰਾ। ਅਤੇ ਕੈਨੇਡਾ ਦੀ ਕੀ ਹੈ? ਕੈਨਬਰਾ। ਦੱਸੋ ਹੁਣ ਆਸਟ੍ਰੇਲੀਆ ਦੀ ਰਾਜਧਾਨੀ ਕੀ ਹੈ? ਸੋ ਤੋਂ ਪੁੱਛਣਾ ਮੈਂ, ਠੀਕ ਹੈ। ਅਤੇ ਦੱਸੋ ਭਾਈ ਕੀ ਹੈ ਰਾਜਧਾਨੀ? ਕੈਨੇਡਾ ਦੀ ਰਾਜਧਾਨੀ ਹੈ ਕੈਨਬਰਾ ਕਿ ਆਸਟ੍ਰੇਲੀਆ ਦੀ ਰਾਜਧਾਨੀ ਹੈ ਕੈਨਬਰਾ? ਹੁਣ ਤੁਸੀਂ ਦੱਸਣਾ। ਇਹ ਆ ਕੈਨੇਡਾ ਵੀ ਪਿਆ ਇੱਧਰ, ਠੀਕ ਹੈ। ਇਹ ਤੁਸੀਂ ਮੈਨੂੰ ਦੱਸਿਓ ਮੱਥਾ ਮਾਰ ਕੇ ਬਾਅਦ ਵਿੱਚ। ਅਮਰੀਕਾ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਵਾਸ਼ਿੰਗਟਨ DC। ਜੋਏ ਬਾਈਡਨ ਕੌਣ ਹੈ ਇੱਥੋਂ ਦਾ ਪ੍ਰੈਜ਼ੀਡੈਂਟ? ਕੌਣ ਹੈ ਅਮਰੀਕਾ ਦਾ? ਜੋਏ ਬਾਈਡਨ। ਕਿੰਨੇ ਨੰਬਰ ਦਾ? 46ਵੇਂ ਨੰਬਰ ਦਾ, ਹਾਂ 46ਵੇਂ ਨੰਬਰ ਦਾ। ਅਤੇ ਵਾਈਸ ਪ੍ਰੈਜ਼ੀਡੈਂਟ ਕੌਣ ਹੈ ਇੱਥੋਂ ਦੀ? ਕਮਲਾ ਹੈਰਿਸ, ਠੀਕ ਹੈ। ਇਹਨਾਂ ਵਿੱਚੋਂ ਕਿਹੜਾ ਆਰਟੀਕਲ ਹੈ ਜਿਸ ਵਿੱਚ ਜੰਮੂ ਕਸ਼ਮੀਰ ਦਾ ਅਧਿਕਾਰ ਲਿਖਿਆ ਹੋਇਆ ਹੈ? ਕਹਿੰਦੇ 35A, 370, 370A ਜਾਂ ਨਨ ਆਫ ਦੀਜ਼। ਤਾਂ ਇਹ ਲਿਖਿਆ ਹੋਇਆ ਭਾਈ 35A ਦੇ ਵਿੱਚ ਜੰਮੂ ਕਸ਼ਮੀਰ ਦਾ ਅਧਿਕਾਰ ਲਿਖਿਆ ਹੋਇਆ ਸੀ ਕਿ ਇਹਨੂੰ ਇੱਕ ਸਪੈਸ਼ਲ ਸਟੇਟ ਦਾ ਦਰਜਾ ਦਿੱਤਾ ਜਾਂਦਾ ਸੀ ਜੰਮੂ ਕਸ਼ਮੀਰ ਨੂੰ। ਪਰ 35A ਅਤੇ 370 ਰਿਮੂਵ ਕਰਤੇ ਆਪਣੇ ਆਰਟੀਕਲ ਦੇ ਵਿੱਚੋਂ, ਠੀਕ ਹੈ। ਜੰਮੂ ਕਸ਼ਮੀਰ ਦੀ ਰਾਜਧਾਨੀ ਕੀ ਹੈ? ਸ਼੍ਰੀਨਗਰ। ਅਤੇ ਇੱਥੇ ਕੌਣ ਰਾਜ ਕਰਦਾ ਇਹਨਾਂ 'ਤੇ? ਮਨੋਜ ਸਿਨਹਾ ਉੱਥੋਂ ਦਾ ਗਵਰਨਰ ਹੈ। ਇਸ ਤੋਂ ਬਾਅਦ ਚਾਂਦੀ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਕਿਹੜਾ? ਸਭ ਤੋਂ ਵੱਧ ਚਾਂਦੀ ਕਿੱਥੇ ਹੁੰਦੀ ਹੈ? ਮੈਕਸੀਕੋ 'ਚ ਹੁੰਦੀ ਹੈ, ਜਰਮਨੀ 'ਚ ਹੁੰਦੀ ਹੈ, ਆਸਟ੍ਰੇਲੀਆ 'ਚ ਹੁੰਦੀ ਹੈ, ਅਤੇ ਰਾਜਸਥਾਨ ਦੇ ਵਿੱਚ ਹੁੰਦੀ ਹੈ। ਤਾਂ ਚਾਂਦੀ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਕਿਹੜਾ ਭਾਈ? ਮੈਕਸੀਕੋ।
ਮੈਕਸੀਕੋ ਦੇ ਵਿੱਚ ਚਾਂਦੀ ਸਭ ਤੋਂ ਜ਼ਿਆਦਾ ਉਤਪਾਦ ਕੀਤੀ ਜਾਂਦੀ ਹੈ। ਮੈਕਸੀਕੋ ਦੀ ਰਾਜਧਾਨੀ ਕੀ ਹੈ? ਮੈਕਸੀਕੋ ਸਿਟੀ। ਆ ਜਾ ਮੈਕਸੀਕੋ ਚੱਲ ਗਏ, ਗੀਤ ਨਹੀਂ ਸੁਣਿਆ ਤੁਸੀਂ ਤਾਂ ਉਦੋਂ ਯਾਦ ਕਰ ਲਿਓ, ਆ ਜਾ ਮੈਕਸੀਕੋ ਚੱਲ ਗਈ ਕਰ ਨੌਜਲੇ ਦਾ। ਅਤੇ ਇਹ ਤੋਂ ਬਾਅਦ ਜੇ ਪੁੱਛਣਾ ਨੇ ਇੰਡੀਆ ਦੇ ਵਿੱਚ ਚਾਂਦੀ ਸਭ ਤੋਂ ਵੱਧ ਕਿੱਥੇ ਮਿਲਦੀ ਹੈ ਤਾਂ ਰਾਜਸਥਾਨ ਦੇ ਵਿੱਚ। ਰਾਜਸਥਾਨ ਦੇ ਕਿੱਥੇ ਯਾਰ, ਰਾਜਸਥਾਨ ਦੇ ਵਿੱਚ ਸਕਿਪ ਹੋ ਗਿਆ, ਕਿੱਥੇ ਹੁੰਦੀ ਹੈ? ਉਦੈਪੁਰ 'ਚ ਹੁੰਦੀ, ਸ਼ਾਇਦ ਉਦੈਪੁਰ 'ਚ ਹੁੰਦੀ ਹੈ। ਰਾਜਸਥਾਨ ਦੇ ਉਦੈਪੁਰ ਦੇ ਵਿੱਚ ਚਾਂਦੀ ਸਭ ਤੋਂ ਵੱਧ ਉਤਪਾਦਨ ਕੀਤੀ ਜਾਂਦੀ ਹੈ ਆਪਣੇ ਰਾਜਸਥਾਨ ਦੇ ਵਿੱਚ। ਇੰਡੀਆ ਦੀ ਗੱਲ ਕਰ ਲਈ ਤਾਂ ਰਾਜਸਥਾਨ, ਅਤੇ ਜੇ ਦੁਨੀਆ ਦੀ ਗੱਲ ਕਰ ਲਈ ਤਾਂ ਮੈਕਸੀਕੋ। ਵਰਲਡ ਅਰਥ ਡੇ ਕਦੋਂ ਮਨਾਇਆ ਜਾਂਦਾ? ਕਹਿੰਦਾ ਬਹੁਤ ਵਾਰੀ ਕਰ ਲਿਆ ਭਾਈ, 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਗਾ ਵਰਲਡ ਅਰਥ ਡੇ। ਅਤੇ 22 ਮਾਰਚ ਨੂੰ ਕੀ ਮਨਾਇਆ ਜਾਂਦਾ? ਵਾਟਰ ਡੇ। ਠੀਕ ਹੈ, 22 ਆਂਸਰ ਬਸ ਟ੍ਰਿਕ ਲਾ ਲਓ ਯਾਰ, ਚੁੱਪ ਕਰਕੇ। 22 ਮਾਰਚ ਨੂੰ ਅਰਥ ਡੇ ਮਨਾਇਆ ਜਾਂਦਾ ਹੈ। ਫਲਾਵਰ ਵੈਲੀ ਨੂੰ ਕੀ ਕਹਾਂਗੇ? ਫੁੱਲਾਂ ਦੀ ਘਾਟੀ। ਫੁੱਲਾਂ ਦੀ ਘਾਟੀ ਕਿਹੜੀ ਸਟੇਟ ਦੇ ਵਿੱਚ ਹੈ? ਫੁੱਲਾਂ ਦੀ ਘਾਟੀ ਉੱਤਰਾਖੰਡ 'ਚ, ਰਾਜਸਥਾਨ 'ਚ, ਮਣੀਪੁਰ 'ਚ, ਹਿਮਾਚਲ 'ਚ। ਹਿਮਾਚਲ 'ਚ ਹੋ ਹੀ ਨਹੀਂ ਸਕਦੀ, ਮਣੀਪੁਰ 'ਚ ਵੀ ਨਹੀਂ ਹੋ ਸਕਦੀ, ਰਾਜਸਥਾਨ ਵੀ ਨਹੀਂ ਹੋ ਸਕਦਾ, ਕਿਉਂਕਿ ਰਾਜਸਥਾਨ 'ਚ ਫੁੱਲ ਕਿੱਧਰ ਹੋ ਜਾਣੇ। ਕੱਟ ਕਟਾ ਕੇ ਮੇਰੇ ਕੋਲ ਉੱਤਰਾਖੰਡ, ਹਾਂ ਉੱਤਰਾਖੰਡ ਭਾਈ ਦਾ ਆਨਸਰ ਆ ਫਲਾਵਰ ਵੈਲੀ ਦਾ। ਠੀਕ ਹੈ, ਨੰਦਾ ਦੇਵੀ ਦੀ ਸਭ ਤੋਂ ਉੱਚੀ ਚੋਟੀ ਕਿੱਥੇ ਹੈ? ਉਹ ਵੀ ਉੱਤਰਾਖੰਡ ਦੇ ਵਿੱਚ, ਯਾਦ ਰੱਖਣਾ। ਨੰਦਾ ਦੇਵੀ ਕਿੱਥੇ ਹੈ? ਉੱਤਰਾਖੰਡ ਦੇ ਵਿੱਚ। ਅਤੇ ਫੁੱਲ ਘਾਟੀ ਫਲਾਵਰ ਆਫ ਵੈਲੀ ਕਿੱਥੇ ਹੈ? ਇਹ ਵੀ ਉੱਤਰਾਖੰਡ ਦੇ ਵਿੱਚ ਹੈ। ਓਕੇ ਜੀ। ਹੌਪਮੈਨ ਕੱਪ ਕਿਸ ਖੇਡ ਨਾਲ ਸੰਬੰਧਿਤ ਹੈ? ਜਿਹੜਾ ਹੌਪਮੈਨ ਕੱਪ ਹੈ ਕਿਹੜੀ ਖੇਡ ਨਾਲ ਸੰਬੰਧਿਤ ਹੈ? ਕਹਿੰਦੇ ਟੈਨਿਸ ਨਾਲ ਸੰਬੰਧਿਤ ਹੈ, ਕ੍ਰਿਕਟ ਨਾਲ ਸੰਬੰਧਿਤ ਹੈ, ਹਾਕੀ ਨਾਲ ਸੰਬੰਧਿਤ ਹੈ, ਫੁੱਟਬਾਲ ਨਾਲ ਸੰਬੰਧਿਤ ਹੈ। ਜਿਹੜਾ ਹੌਪਮੈਨ ਕੱਪ ਆ ਭਾਈ ਇਹ ਹੈਗਾ ਗਾ ਟੈਨਿਸ ਨਾਲ ਸੰਬੰਧਿਤ। ਇਹ ਟ੍ਰਿਕ ਨਾਲ ਯਾਦ ਕਰ ਲਓ, ਐਚ ਨੂੰ ਟੀ ਬਣਾ ਲਿਓ। ਠੀਕ ਹੈ, ਐਚ ਨੂੰ ਟੀ ਬਣਾ ਲਿਓ ਤਾਂ ਟੈਨਿਸ ਦਾ ਭਾਈ ਬਿਲਕੁਲ ਸਹੀ ਆਨਸਰ ਹੈ ਹੌਪਮੈਨ ਕੱਪ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ, ਕੀਬੋਰਡ ਵਿੰਡੋ ਦੇ ਵਿੱਚ ਕੋਲ ਕਿੰਨੀਆਂ ਕੀ ਹਨ? ਜਿਹੜਾ ਕੀਬੋਰਡ ਆਪਣੇ ਕੋਲ ਕੀਬੋਰਡ ਮਿਲਦਾ ਕੰਪਿਊਟਰ ਦੇ ਵਿੱਚ ਆਪਾਂ ਨੂੰ, ਇਹਦੇ ਵਿੱਚ ਕਿੰਨੀਆਂ ਕੀ ਹੁੰਦੀਆਂ, ਕਿੰਨੀਆਂ ਚਾਬੀਆਂ ਹੁੰਦੀਆਂ ਨੇ ਟੋਟਲ? ਇਹ ਹੁੰਦੀਆਂ 104 ਕੀਜ਼ ਹੁੰਦੀਆਂ ਇਹਦੇ ਵਿੱਚ। ਓਕੇ, ਇਸ ਤੋਂ ਬਾਅਦ ਆ ਗਿਆ ਆਪਾਂ ਅੱਗੇ, ਆਹ ਤਾਂ ਤੁਹਾਨੂੰ ਕਰਵਾ ਕੇ ਗਿਆ ਮੈਂ। RBC ਦੀ ਉਮਰ ਕਿੰਨੇ ਦਿਨ ਦੀ ਹੁੰਦੀ ਹੈ? ਇਹਦਾ ਹੁਣ ਤੁਹਾਨੂੰ ਕੋਈ ਗੁੰਜਾਇਸ਼ ਹੋਣੀ ਨਹੀਂ, 120 ਦਿਨ। ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ? ਇਹ ਵੀ ਤੁਹਾਨੂੰ ਕਰਵਾ ਕੇ ਗਿਆ ਹੈਗਾ, ਲੀਵਰ। ਸਟੋਮਕ ਆਪਣੇ ਢਿੱਡ ਨੂੰ ਕਹਿ ਦਿੰਦੇ, ਗਾਲ ਬਲੈਡਰ ਪਿੱਤੇ ਨੂੰ ਕਹਿ ਦਿੰਦੇ ਆ। ਜੇ ਪਿੱਤਾ ਆਪਣੇ ਸਰੀਰ ਵਿੱਚ ਨਾ ਵੀ ਹੋਊਗਾ ਤਾਂ ਕੋਈ ਫਰਕ ਨਹੀਂ ਪੈਂਦਾ ਆਪਣੇ ਸਰੀਰ ਨੂੰ, ਕਿਉਂਕਿ ਜਿਹੜਾ ਗਾਲ ਬਲੈਡਰ ਪਿੱਤੇ ਵਾਲਾ ਕੰਮ ਹੁੰਦਾ ਗਾ ਉਹ ਲੀਵਰ ਕਰਨ ਲੱਗ ਜਾਂਦਾ ਗਾ। ਓਕੇ, ਇਸ ਤੋਂ ਬਾਅਦ ਆ ਗਿਆ ਆਪਣਾ ਸੀ ਪ੍ਰੋਗਰਾਮ ਲੈਂਗੁਏਜ ਕਿਸ ਨੇ ਬਣਾਈ ਸੀ? ਸੀ ਜਿਹੜੀ ਪ੍ਰੋਗਰਾਮ ਲੈਂਗੁਏਜ ਆ ਇਹ ਕਿਹਨੇ ਬਣਾਈ ਸੀ? ਕਹਿੰਦੇ ਟਿਮ ਬਰਨਲ ਨੇ, ਲਾਰਸਨ ਨੇ, ਡੈਨਿਸ ਰਿਚੀ ਨੇ। ਤਾਂ ਜਿਹੜੀ ਸੀ ਲੈਂਗੁਏਜ ਆ ਇਹ ਬਣਾਈ ਸੀ ਡੈਨਿਸ ਰਿਚੀ ਨੇ। ਓਕੇ, ਇਹ ਹਾਈ ਲੈਵਲ ਲੈਂਗੁਏਜ ਹੈ। ਇਹ ਆਪਣੇ 3rd ਜਨਰੇਸ਼ਨ ਦੇ ਕੰਪਿਊਟਰਾਂ ਵਿੱਚ ਆਉਣ ਲੱਗ ਗਈ ਸੀ। ਠੀਕ ਹੈ, 3rd ਜਨਰੇਸ਼ਨ ਦੇ ਕੰਪਿਊਟਰਾਂ ਦੇ ਵਿੱਚ ਆਪਣੇ ਸੀ ਲੈਂਗੁਏਜ ਆਉਣ ਲੱਗ ਗਈ ਸੀ। ਯੂਨੈਸਕੋ ਦੁਆਰਾ ਕਲਿੰਗਾ ਅਵਾਰਡ ਕਿਸ ਖੇਤਰ ਵਿੱਚ ਦਿੱਤਾ ਜਾਂਦਾ? ਕਹਿੰਦਾ ਸਾਇੰਸ ਦੇ ਵਿੱਚ, ਇੰਗਲਿਸ਼ ਦੇ ਵਿੱਚ, ਲਿਟਰੇਚਰ ਦੇ ਵਿੱਚ, ਪੋਇਮ ਦੇ ਵਿੱਚ। ਤਾਂ ਯੂਨੈਸਕੋ ਭਾਈ ਜਿਹੜਾ ਕਲਿੰਗਾ ਅਵਾਰਡ ਦਿੰਦੀ ਹੈ ਤਾਂ ਇਹ ਦਿੰਦੀ ਹੈ ਆਪਣੀ A ਨੰਬਰ ਆਪਸ਼ਨ, ਸਾਇੰਸ ਦੇ ਖੇਤਰ ਦੇ ਵਿੱਚ ਭਾਈ ਯੂਨੈਸਕੋ ਦਿੰਦੀ ਹੈ ਕਲਿੰਗਾ ਅਵਾਰਡ। ਠੀਕ ਹੈ ਜੀ, ਇਹ ਲੈਕਚਰ ਆਪਣਾ ਕੰਪਲੀਟ ਹੋ ਗਿਆ। ਅਤੇ ਇਹਦੇ ਨਾਲ ਆਪਾਂ ਸਾਇੰਸ ਦੇ RBC, WBC, ਪਲੇਟਲੈਟਸ ਇਹ ਚੀਜ਼ਾਂ ਕਵਰ ਕਰ ਲਈਆਂ। ਠੀਕ ਹੈ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਭਾਈ। ਠੀਕ ਹੈ, ਅਤੇ ਉਹ ਪਹਿਲਾਂ ਵਾਲੀ ਵੀਡੀਓ ਵਿੱਚ ਕੱਟ ਹੋ ਗਈ ਸੀ, ਨਹੀਂ ਮੈਂ ਆਪਾਂ ਇਕੱਠੀ ਬਣਾ ਦਿੰਦੇ 1 ਘੰਟੇ ਦੀ। ਓਕੇ ਜੀ, ਅਤੇ ਜਿਉਂਦੇ ਵੱਧਦੇ ਰਹੋ ਦੋਸਤੋ। ਅਤੇ ਆਹ ਲੈਕਚਰ ਧਿਆਨ ਨਾਲ ਲਾ ਲਓ ਸਾਰੇ।